सेवक सिख पूजन सब आवे, सब गावे हर हर ऊतम बानी। ਆਪਾਂ ਪੜ੍ਹਦੇ ਸੁਣਦੇ ਸਾਰੇ ਹੀ ਹਾਂ, ਸਾਰੀ ਗਾਉਂਦੇ ਹਾਂ, ਪਰ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਉਹਨਾਂ ਦੀ ਗੁਰਬਾਣੀ ਗਾਈ ਸੁਣੀ ਕਬੂਲ ਹੋ ਜਾਂਦੀ ਹੈ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਇੱਕ ਦੁਨੀਆ ਦੀ ਵਾਹਵਾ ਵਾਹਵਾ ਲੈਣ ਵਾਸਤੇ ਵੀ ਗਾਉਣਾ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜਿਹੜਾ ਕਪਟ ਨਾਲ ਗਾਉਣਾ ਹੈ ਫਿਰ ਉਹਦੇ ਉੱਪਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਹੀਂ ਰੀਝਦਾ। ਜਿਹੜਾ ਕੰਨਾਂ ਦੇ ਰਸ ਲੈਣ ਵਾਸਤੇ ਸੁਣਨਾ ਹੈ, ਸ਼ਬਦ ਦੀ ਵਿਚਾਰਨਾ ਕਰਨੀ, ਸਿਰਫ ਕੰਨਾਂ ਦਾ ਰਸ ਲੈਣ ਵਾਸਤੇ ਹੀ ਸੁਣਦੇ ਰਹਿਣਾ ਵੀ ਬੜੀ ਵਧੀਆ ਧਾਰਨਾ ਪੜ੍ਹੀ, ਬੜਾ ਵਧੀਆ ਸ਼ਬਦ ਦਾ ਗਾਇਨ ਕੀਤਾ, ਸ਼ਬਦ ਦਾ ਤਾਤਪਰਜ ਕੀ ਹੈ, ਉਸ ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਨਸੀਹਤ ਕੀ ਦੇ ਰਹੇ ਨੇ, ਸਿੱਖਿਆ ਕਿਹੜੀ ਦ੍ਰਿੜ ਕਰਵਾ ਰਹੇ ਨੇ, ਇਸ ਗੱਲ ਦੇ ਨਾਲ ਦੂਰ ਦਾ ਵੀ ਵਾਸਤਾ ਨਹੀਂ। ਸਿਰ ਹਿਲਾ ਹਿਲਾ ਕੇ ਝੂਮ ਝੂਮ ਕੇ ਸੁਣਦੇ ਰਹਿਣਾ, ਇਹੋ ਜਿਹਾ ਸੁਣਨਾ ਵੀ ਸਾਧ ਸੰਗਤ ਖਿਮਾ ਕਰਨਾ ਕਿਸੇ ਲੇਖੇ ਵਿੱਚ ਨਹੀਂ ਮੰਨਿਆ ਗਿਆ। ਗਾਏ ਸੁਣੇ ਅੰਖ ਹੈ ਮੀਚੈ ਪਾਈਐ ਨਾਮ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲਓ ਨਾ ਕਮਾਈਐ। ਜਿੰਨੀ ਦੇਰ ਤੱਕ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਉਸ ਦੀ ਕਮਾਈ ਨਹੀਂ ਕੀਤੀ ਜਾਂਦੀ, ਉਸ ਨੂੰ ਆਪਣੇ ਜੀਵਨ ਵਿੱਚ ਢਾਲਿਆ ਨਹੀਂ ਜਾਂਦਾ, ਉਨੀ ਦੇਰ ਤੱਕ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਈ ਵਾਰ ਆਪਨੇ ਪ੍ਰਸੰਗ ਸੁਣਿਆ ਹੋਵੇਗਾ, ਸੁਤਰਾ ਗਿਆ ਸਤਿਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਤਾੜਨਾ ਵਾਲੇ ਸ਼ਬਦ ਪੜ੍ਹੇ ਜਾ ਰਹੇ ਨੇ। ਉਹ ਰਾਗੀ ਸਿੰਘਾਂ ਦੇ ਸਾਹਮਣੇ ਬੈਠੇ ਕਈ ਸਿਰ ਹਿਲਾ ਲਾ ਕੇ ਝੂਮ ਝੂਮ ਕੇ ਸੁਣ ਰਹੇ ਨੇ। ਦੇਖਣ ਵਾਲਿਆਂ ਨੂੰ ਇਉਂ ਪ੍ਰਤੀਤ ਹੁੰਦਾ ਵੀ ਇਹਨਾਂ ਨੂੰ ਤੇ ਬੜਾ ਆਨੰਦ ਆ ਰਿਹਾ ਹੈ। ਸੁਤਰੇ ਨੇ ਉਹਨਾਂ ਵੱਲ ਤੱਕਿਆ। ਹੁਣ ਸੁਤਰੇ ਦਾ ਸੁਭਾਅ ਬੜਾ ਖੁੱਲ੍ਹਾ ਡੁੱਲਾ ਸੀ। ਉਹਨੇ ਸੰਗਤਾਂ ਨੂੰ ਆਪਣਾ ਕੋਈ ਸੰਦੇਸ਼ ਦੇਣਾ ਹੈ, ਪਰ ਇਹਦੀ ਆਪਣੀ ਵਿਧੀ, ਆਪਣਾ ਢੰਗ ਤਰੀਕਾ ਸੀ। ਇਹਨੇ ਵੀ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਉਹ ਜਿਹੜੇ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ ਉਹਨਾਂ ਦਾ ਵੀ ਅਦਬ ਕੀਤਾ, ਉਹਨਾਂ ਵੱਲ ਆਪਣਾ ਮੂੰਹ ਕਰਕੇ ਮਸਤਕ ਝੁਕਾਇਆ। ਫਿਰ ਸੁਤਰੇ ਨੇ ਕੀ ਕੀਤਾ, ਉਹਨਾਂ ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਗਿਆ। ਜਿਹੜੇ ਸੇਵਾਦਾਰ ਖੜੇ ਸਨ ਉਹਨਾਂ ਨੇ ਸੁਤਰੇ ਨੂੰ ਮੋਢੇ ਤੋਂ ਫੜ ਕੇ ਹਲੂਣਿਆ, ਸੁਤਰਿਆ ਇਹ ਤੂੰ ਕੀ ਕਰ ਰਿਹਾ ਹੈ? ਇਹ ਰਾਗੀ ਸਿੰਘ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਕਰ ਰਹੇ ਨੇ, ਤੂੰ ਇਹਨਾਂ ਵੱਲ ਪਿੱਠ ਕਰੀ ਬੈਠਾ ਹੈ। ਇਹ ਤਾਂ ਗੁਰਬਾਣੀ ਦੀ ਤੌਹੀਨ ਹੈ, ਗੁਰਬਾਣੀ ਦੀ ਬੇਅਦਬੀ ਹੈ। ਸੁਤਰੇ ਨੇ ਗੋਡਿਆਂ 'ਚ ਸਿਰ ਦੇ ਲਿਆ, ਟਸ ਤੋਂ ਮਸ ਨਾ ਹੋਇਆ। ਬਥੇਰਾ ਇਹਨਾਂ ਨੇ ਉਸ ਨੂੰ ਹਿਲਾਉਣ ਦੀ, ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਸੁਥਰਾ ਤਕੜਾ ਨਰੋਆ ਵੀ ਬਹੁਤ ਸੀ। ਇਹਨਾਂ ਵੱਲ ਕੋਈ ਤਵੱਜੋ ਹੀ ਨਾ ਦਿੱਤੀ, ਉਸੇ ਤਰ੍ਹਾਂ ਬੈਠਾ ਰਿਹਾ ਰਾਗੀ ਸਿੰਘਾਂ ਵੱਲ ਪਿੱਠ ਕਰਕੇ। ਜਦੋਂ ਇਹਨਾਂ ਦੀ ਕੋਈ ਪੇਸ਼ ਨਾ ਗਈ, ਇਹਨਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਜਾ ਕੇ ਸ਼ਿਕਾਇਤ ਕੀਤੀ, ਮਹਾਰਾਜ ਆਓ ਦੇਖੋ ਸੁਤਰਾ ਕਿਵੇਂ ਰਾਗੀ ਸਿੰਘਾਂ ਵੱਲ ਪਿੱਠ ਕਰੀ ਬੈਠਾ ਹੈ। ਸਤਿਗੁਰੂ ਜੀ ਨੇ ਸੁਤਰੇ ਨੂੰ ਬੁਲਾਇਆ, ਸੁਤਰਿਆ ਵੀ ਖਾਲਸਾ ਤੇਰੀ ਸ਼ਿਕਾਇਤ ਕਰ ਰਿਹਾ ਹੈ। ਮਹਾਰਾਜ ਮੇਰੇ ਪਾਸੋਂ ਕੀ ਅਵੱਗਿਆ ਹੋ ਗਈ ਹੈ? ਮੈਂ ਤਾਂ ਕੋਈ ਗੁਨਾਹ ਨਹੀਂ ਕੀਤਾ।
ਉਹ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਸੀ, ਸੁਥਰਿਆ ਇਹਦੇ ਨਾਲੋਂ ਵੱਡਾ ਗੁਨਾਹ ਹੋਰ ਕੀ ਹੋਵੇਗਾ, ਤਾਂ ਗੁਰਬਾਣੀ ਦੀ ਬੇਅਦਬੀ ਕੀਤੀ ਹੈ, ਗੁਰਬਾਣੀ ਪੜ੍ਹਨ ਵਾਲੇ ਸਿੰਘਾਂ ਦਾ ਅਪਮਾਨ ਕੀਤਾ, ਉਹਨਾਂ ਵੱਲ ਪਿੱਠ ਕਰਕੇ ਬੈਠ ਗਿਆ ਹੈ। ਸੁਥਰਾ ਫਿਰ ਕਹਿਣ ਲੱਗਾ, ਮਹਾਰਾਜ ਮੈਂ ਤੇ ਕੋਈ ਅਪਮਾਨ ਨਹੀਂ ਕੀਤਾ, ਨਾ ਰਾਗੀ ਸਿੰਘਾਂ ਦਾ, ਨਾ ਗੁਰਬਾਣੀ ਦਾ, ਬਲਕਿ ਮੇਰੇ ਮਨ ਵਿੱਚ ਤੇ ਗੁਰਬਾਣੀ ਦਾ ਅਦਬ ਹੈ, ਮੇਰੇ ਮਨ ਵਿੱਚ ਤੇ ਗੁਰਬਾਣੀ ਦਾ ਭੈ ਹੈ। ਮੇਰੀ ਪੀੜ੍ਹੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਮੈਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰਨ ਕੀਤੀ ਹੈ, ਹੁਣ ਤੱਕ ਇਹੋ ਕੁਝ ਸਿੱਖਿਆ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਵਚਨ ਵੀ ਮੈਨੂੰ ਯਾਦ ਨੇ ਵੀ ਜਿਸ ਸਿੱਖ ਦੇ ਮਨ ਵਿੱਚ ਗੁਰਬਾਣੀ ਦਾ ਅਦਬ ਹੈ, ਗੁਰਬਾਣੀ ਦਾ ਭੈ ਹੈ, ਉਸ ਨੂੰ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਹੋਰ ਕਿਸੇ ਯਤਨ ਦੀ ਲੋੜ ਨਹੀਂ। ਪਰ ਜਿਹਦੇ ਹਿਰਦੇ ਅੰਦਰ ਗੁਰਬਾਣੀ ਦਾ ਹੀ ਭੈ ਨਹੀਂ, ਉਹ ਤੇ ਸਾਡਾ ਸਿੱਖ ਕਹਿਲਾਉਣ ਦਾ ਵੀ ਹੱਕਦਾਰ ਨਹੀਂ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨਾ ਪ੍ਰਯਾਸ ਭਵ ਸਾਗਰ ਤਰੈ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਤਨੀ ਸੰਜੀਦਗੀ ਦੇ ਨਾਲ ਸੁਥਰੇ ਨੇ ਉੱਤਰ ਦਿੱਤਾ। ਇਹ ਵੀ ਬੜੇ ਅਚਰਜ, ਬੜੇ ਹੈਰਾਨ। ਪਰ ਕਹਿਣ ਲੱਗੇ, ਸੁਥਰਿਆ ਤੂੰ ਕਹਿਣਾ ਮੇਰੇ ਬਾਣੀ ਮਨ ਵਿੱਚ ਗੁਰਬਾਣੀ ਦਾ ਅਦਬ ਹੈ, ਗੁਰਬਾਣੀ ਦਾ ਭੈ ਹੈ, ਪਰ ਦੱਸ ਜੇ ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਜਾਣਾ ਇਹ ਗੁਰਬਾਣੀ ਦਾ ਅਦਬ ਹੈ, ਫਿਰ ਗੁਰਬਾਣੀ ਦੀ ਬੇਅਦਬੀ ਕਿਹੜੀ ਹੈ? ਬਸ ਇਹੋ ਕੁਝ ਸੁਥਰਾ ਉਹਨਾਂ ਦੇ ਪਾਸੋਂ ਸੁਣਨਾ ਚਾਹੁੰਦਾ ਸੀ, ਕਿਉਂਕਿ ਇਸੇ ਪ੍ਰਸ਼ਨ ਦਾ ਉਸਨੇ ਉੱਤਰ ਦੇਣਾ ਸੀ, ਇਹੋ ਹੀ ਆਪਣਾ ਸੰਦੇਸ਼ ਦੇਣਾ ਸੀ ਸੰਗਤਾਂ ਨੂੰ। ਸੁਥਰਾ ਕਹਿਣ ਲੱਗਿਆ ਵੀ ਗੁਰਬਾਣੀ ਦੀ ਬੇਅਦਬੀ ਇਹ ਹੈ ਵੀ ਕੰਨਾਂ ਦਾ ਰਸ ਲੈਣ ਵਾਸਤੇ ਝੂਮ ਝੂਮ ਕੇ ਸੁਣਦੇ ਵੀ ਰਹੇ, ਪਰ ਜਿਹੜਾ ਗੁਰਬਾਣੀ ਦਾ ਸੰਦੇਸ਼ ਹੈ, ਜੋ ਸਤਿਗੁਰੂ ਜੀ ਦੀ ਨਸੀਹਤ ਹੈ, ਉਹਦੇ ਵੱਲ ਕੋਈ ਤਵੱਜੋ ਹੀ ਨਾ ਦਿੱਤੀ। ਇਹ ਰਾਗੀ ਸਿੰਘ ਤਾੜਨਾ ਵਾਲੇ ਸ਼ਬਦ ਪੜ੍ਹ ਰਹੇ ਸਨ। ਗੁਰਬਾਣੀ ਮਾਤਾ ਦੀ ਨਿਆਈ ਹੈ। ਮਾਤਾ ਕਈ ਵਾਰ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਉਂਦੀ ਹੈ ਔਰ ਕਈ ਵਾਰ ਤਾੜਨਾ ਕਰਦੀ ਹੈ। ਭਾਵੇਂ ਬੱਚੇ ਨੂੰ ਪਿਆਰ ਨਾਲ ਸਮਝਾਵੇ, ਭਾਵੇਂ ਤਾੜਨਾ ਕਰੇ, ਹਰ ਦੋਨਾਂ ਹਾਲਤਾਂ ਦੇ ਵਿੱਚ ਆਪਣੇ ਬੱਚੇ ਦੀ ਬਿਹਤਰੀ, ਉਸ ਦਾ ਭਲਾ ਹੀ ਲੋਚਦੀ ਹੈ। ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਭਾਵੇਂ ਪਿਆਰ ਨਾਲ ਸਮਝਾਵੇ ਔਰ ਭਾਵੇਂ ਕਰੇ ਤਾੜਨਾ, ਉਹ ਜਗਿਆਸੂਆਂ ਦੇ ਕਲਿਆਣ ਚਾਹੁੰਦੀ ਹੈ। ਗੁਰਸਿੱਖੋ, ਰਾਗੀ ਸਿੰਘ ਗੁਰਬਾਣੀ ਦੇ ਤਾੜਨਾ ਵਾਲੇ ਸ਼ਬਦ ਪੜ੍ਹ ਰਹੇ ਸਨ। ਮੈਂ ਦੇਖਿਆ ਵੀ ਸਿੱਖ ਝੂਮ ਝੂਮ ਕੇ ਸੁਣ ਰਹੇ ਨੇ। ਗੁਰਬਾਣੀ ਚਪੇੜਾਂ ਮਾਰ ਰਹੀ ਹੈ। ਇਹ ਬੈਠੇ ਨੇ ਸਨਮੁਖ ਕੰਨਾਂ ਦਾ ਰਸ ਲੈਣ ਵਾਸਤੇ। ਕਿਵੇਂ ਸੁਣ ਰਹੇ ਨੇ? ਝੂਮ ਝੂਮ ਕੇ, ਸਿਰ ਹਿਲਾ ਹਿਲਾ ਕੇ। ਇਸ ਗੱਲ ਦੀ ਕੋਈ ਖਬਰ ਹੀ ਨਹੀਂ ਕਿ ਸਤਿਗੁਰੂ ਜੀ ਸਾਨੂੰ ਕੀ ਤਾੜਨਾ ਕਰ ਰਹੇ ਨੇ, ਕੀ ਨਸੀਹਤ ਦੇ ਰਹੇ ਨੇ। ਜਦੋਂ ਮੈਂ ਦੇਖਿਆ ਨਾ ਚਪੇੜਾਂ ਵੱਜ ਰਹੀਆਂ ਨੇ, ਮੈਂ ਤੇ ਪਿੱਠ ਕਰ ਲਈ ਵੀ ਸਾਹਮਣੇ ਮੱਥੇ ਨਹੀਂ ਖਾਧੀਆਂ ਜਾਣੀਆਂ, ਪਿੱਠ ਵਿੱਚ ਪੈਂਦੀਆਂ ਰਹਿਣਗੀਆਂ, ਉਹ ਤੇ ਬਰਦਾਸ਼ਤ ਕਰ ਲਵਾਂਗਾ। ਸਾਹਮਣੇ ਮੂੰਹ ਕਰਕੇ ਕੌਣ ਚਪੇੜਾਂ ਖਾਵੇ? ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣਗੇ, ਗੁਰਸਿੱਖੋ, ਵੀ ਸੁਥਰੇ ਦੀ ਹਰ ਗੱਲ ਵਿੱਚ ਕੋਈ ਰਾਜ ਹੁੰਦਾ ਹੈ। ਇਹ ਦਰਅਸਲ ਤੁਹਾਨੂੰ ਇਹ ਸਿੱਖਿਆ ਦੇ ਰਹੀ ਹੈ, ਇਹ ਨਸੀਹਤ ਦੇ ਰਹੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜਿਆ ਆ ਰਿਹਾ ਹੈ। ਸੁਭਾਅ ਭਾਵੇਂ ਇਸ ਦਾ ਹਸਮੁਖ ਹੈ, ਪਰ ਇਸ ਦੀ ਹਰ ਗੱਲ ਦੇ ਵਿੱਚ ਕੋਈ ਭੇਦ ਹੁੰਦਾ ਹੈ। ਆਪਣੇ ਛੋਟੇ ਸੰਤ ਜੀ ਮਹਾਰਾਜ ਦਾ ਸੁਭਾਅ ਬੜਾ ਖੁੱਲ੍ਹਾ ਡੁੱਲਾ ਔਰ ਬੜਾ ਹਸਮੁਖ ਸੀ। ਜਦੋਂ ਵੀ ਕੋਈ ਵਚਨ ਕਰਦੇ, ਕਈ ਤੇ ਟਪਲਾ ਖਾ ਜਾਂਦੇ ਵੀ ਸੰਤ ਤੇ ਇਸ ਤਰ੍ਹਾਂ ਦੀਆਂ ਖੁੱਲ੍ਹੀਆਂ ਡੁੱਲੀਆਂ ਗੱਲਾਂ ਕਰੀ ਜਾ ਰਹੇ ਨੇ। ਪਰ ਸਾਧ ਸੰਗਤ ਸਿਆਣੇ ਸੱਜਣ ਜਦੋਂ ਉਸ ਦਾ ਮੁਤਾਲਿਆ ਕਰਦੇ
ਵਿਚਾਰ ਦੀ ਗਹਿਰਾਈ ਤੱਕ ਜਾਂਦੇ, ਫਿਰ ਪਤਾ ਲੱਗਦਾ ਕਿ ਸੰਤ ਜੀ ਮਹਾਰਾਜ ਦੀ ਗੱਲ ਵਿੱਚ ਕੀ ਰਾਜ ਹੋਇਆ ਕਰਦਾ। ਵੱਡੇ ਸੰਤ ਜੀ ਮਹਾਰਾਜ ਦੇ ਸਮੇਂ ਉਹਨਾਂ ਦੇ ਦੀਵਾਨ ਦੀ ਜੋੜ ਮੇਲੇ ਤੇ ਹਾਜ਼ਰੀ ਭਰਨ ਵਾਸਤੇ ਇੱਕ ਉਦਾਸੀ ਮਹਾਂਪੁਰਖ ਸਨ, ਪੰਡਿਤ ਹਰੀ ਕਮਲ ਜੀ। ਉਹਨਾਂ ਦਾ ਸੁਭਾਅ ਵੀ ਬੜਾ ਹਸਮੁਖ ਸੀ। ਉਹ ਵੀ ਸੰਗਤ ਦੇ ਵਿੱਚ ਜਦੋਂ ਵਿਖਿਆਨ ਕਰਦੇ ਉਹ ਹਾਸ ਰਸ ਬੋਲਿਆ ਕਰਦੇ, ਪਰ ਉੱਤਮ ਹਾਸ ਰਸ। ਇੱਕ ਵਾਰ ਦਾ ਜ਼ਿਕਰ, ਉਹ ਪੰਡਿਤ ਹਰੀ ਕਮਲ ਜੀ ਆਪਣਾ ਵਿਖਿਆਨ ਦੇ ਰਹੇ ਸਨ, ਸਪੀਚ ਕਰ ਰਹੇ ਸਨ ਸੰਤ ਜੀ ਮਹਾਰਾਜ ਤੋਂ ਪਹਿਲਾਂ। ਉਹਨਾਂ ਦੇ ਵਿਖਿਆਨ ਕਰਦਿਆਂ ਕਰਦਿਆਂ ਸੰਤ ਮਹਾਰਾਜ ਆਪਣੇ ਨਿਯਤ ਸਮੇਂ ਦੀਵਾਨ ਵਿੱਚ ਪਹੁੰਚ ਗਏ। ਜਦੋਂ ਸੰਤ ਜੀ ਮਹਾਰਾਜ ਦੀਵਾਨ ਵਿੱਚ ਆ ਗਏ, ਹਰੀ ਕਮਲ ਜੀ ਕਹਿਣ ਲੱਗੇ, ਸੰਗਤ ਜੀ ਹੁਣ ਮੇਰਾ ਵਕਤ ਤੇ ਪੂਰਾ ਹੋਣ ਵਾਲਾ ਹੈ। ਹੁਣ ਤੁਸੀਂ ਮਹਾਂਪੁਰਖਾਂ ਦੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਸੁਣਨੀਆਂ ਨੇ, ਪਰ ਮੈਂ ਤੁਹਾਡਾ ਥੋੜ੍ਹਾ ਜਿਹਾ ਵਕਤ ਲਵਾਂਗਾ, ਹੋਰ ਤੁਹਾਨੂੰ ਕੋਈ ਛੋਟੀ ਜਿਹੀ ਕਹਾਣੀ ਸੁਣਾਵਾਂਗਾ। ਇੱਕ ਜ਼ਿਮੀਂਦਾਰ ਬਾਣੀਏ ਦੇ ਪਾਸ ਗਿਆ, ਉਹਦੀ ਦੁਕਾਨ ਤੇ ਰਿਓੜੀਆਂ ਖਰੀਦਣ ਵਾਸਤੇ। ਜਦੋਂ ਬਾਣੀਏ ਨੇ ਰਿਓੜੀਆਂ ਦਾ ਭਾਅ ਦੱਸਿਆ, ਉਸ ਜ਼ਿਮੀਂਦਾਰ ਬਾਣੀਏ ਨੂੰ ਕਹਿਣ ਲੱਗਿਆ ਵੀ ਇੰਨੀਆਂ ਮਹਿੰਗੀਆਂ ਰਿਓੜੀਆਂ, ਸਾਡੇ ਪਾਸੋਂ ਗੁੜ ਤੋਂ ਸਸਤਾ ਖਰੀਦ ਲੈਂਦਾ ਹੈ, ਤਿਲ ਸਾਡੇ ਪਾਸੋਂ ਸਸਤਾ ਖਰੀਦ ਲੈਂਦਾ ਹੈ। ਇਹ ਰਿਓੜੀਆਂ ਵਿੱਚ ਤਿਲ ਨੇ ਔਰ ਗੁੜ ਹੈ, ਤੀਜੀ ਚੀਜ਼ ਤੇ ਹੈ ਹੀ ਨਹੀਂ। ਤਾਂ ਰਿਓੜੀਆਂ ਇੰਨੀਆਂ ਮਹਿੰਗੇ ਭਾਅ ਕਿਉਂ ਲਾ ਰੱਖੀਆਂ ਨੇ? ਗੁੜ ਵੀ ਮੇਰਾ, ਤਿਲ ਵੀ ਮੇਰੇ, ਪਰ ਮੁੱਲ ਤੋਂ ਰਿਓੜੀਆਂ ਦਾ ਬਹੁਤ ਜ਼ਿਆਦਾ ਮੰਗ ਰਿਹਾ ਹੈ। ਉਹ ਬਾਣੀਆ ਕਹਿਣ ਲੱਗਿਆ ਜ਼ਿਮੀਂਦਾਰ ਨੂੰ, ਕਹਿਣ ਲੱਗਾ ਵੀ ਸੱਜਣਾ ਗੱਲ ਤੇ ਠੀਕ ਹੈ, ਗੁੜ ਵੀ ਤੇਰਾ ਹੀ ਹੈ ਔਰ ਤਿਲ ਵੀ ਤੇਰੇ ਹੀ ਨੇ, ਇਹਦੇ ਵਿੱਚ ਇੱਕ ਚੀਜ਼ ਮੇਰੀ ਹੈ, ਉਹ ਹੈ ਕੜਾਕਾ। ਜੇ ਆਪਾਂ ਰਿਓੜੀਆਂ ਖਾਂਦੇ ਹਾਂ ਨਾ, ਸਖਤ ਹੁੰਦੀਆਂ ਨੇ, ਕਰੰਚੀ, ਖਾਂਦਿਆਂ ਕਿੜਕਿੜ ਦੀ ਆਵਾਜ਼ ਆਉਂਦੀ ਹੈ। ਉਹ ਕਹਿਣ ਲੱਗਾ ਗੁੜ ਵੀ ਤੇਰਾ ਹੈ, ਤਿਲ ਵੀ ਤੇਰੇ ਹੀ ਨੇ, ਪਰ ਇਹਦੇ 'ਚ ਕੜਾਕਾ ਮੇਰਾ, ਮੁੱਲ ਤਿਲਾਂ ਦਾ ਜਾਂ ਗੁੜ ਦਾ ਨਹੀਂ, ਮੁੱਲ ਕੜਾਕੇ ਦਾ ਹੈ। ਜਦੋਂ ਉਹ ਹਰੀ ਕਮਲ ਜੀ ਨੇ ਇਹ ਗੱਲ ਕਹੀ, ਕਈਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਫਿਰ ਉਹ ਗੰਭੀਰਤਾ ਵਿੱਚ ਚਲੇ ਗਏ ਕਿ ਸੰਗਤ ਜੀ ਇਹਦੇ ਵਿੱਚ ਹੱਸਣ ਵਾਲੀ ਕੋਈ ਗੱਲ ਨਹੀਂ, ਮੈਂ ਤੇ ਤੁਹਾਨੂੰ ਇਹ ਕਹਾਣੀ ਤਾਂ ਸੁਣਾਈ ਹੈ, ਜੋ ਕੁਝ ਤੁਸੀਂ ਮੇਰੇ ਪਾਸੋਂ ਸੁਣਿਆ ਹੈ ਜਾਂ ਮੇਰੇ ਤੋਂ ਜਿਹੜੇ ਪਹਿਲਾਂ ਸੁਣਾ ਰਹੇ ਸਨ ਉਹਨਾਂ ਦੇ ਪਾਸੋਂ ਸੁਣਿਆ ਹੈ, ਮੈਂ ਵੀ ਤੁਹਾਨੂੰ ਗੁਰਬਾਣੀ ਸੁਣਾਈ ਹੈ, ਗੁਰਬਾਣੀ ਦੀ ਵਿਚਾਰ ਸਰਵਣ ਕਰਵਾਈ ਹੈ। ਜਿਹੜੇ ਮੇਰੇ ਤੋਂ ਪਹਿਲਾਂ ਵਿਖਿਆਨ ਦੇ ਰਹੇ ਸਨ ਉਹ ਵੀ ਗੁਰਬਾਣੀ ਹੀ ਪੜ੍ਹ ਰਹੇ ਸਨ, ਉਹਨਾਂ ਨੇ ਵੀ ਗੁਰਬਾਣੀ ਦੀਆਂ ਵਿਚਾਰਾਂ ਹੀ ਸਰਵਣ ਕਰਵਾਈਆਂ ਹਨ। ਔਰ ਹੁਣ ਤੁਸੀਂ ਜੋ ਕੁਝ ਸੰਤ ਜੀ ਮਹਾਰਾਜ ਦੇ ਪਾਸੋਂ ਸੁਣਨਾ ਹੈ ਉਹ ਵੀ ਗੁਰਬਾਣੀ ਦਾ ਹੀ ਕੀਰਤਨ ਹੋਵੇਗਾ, ਗੁਰਬਾਣੀ ਦੀਆਂ ਗੁਰਮਤਿ ਦੀਆਂ ਹੀ ਵਿਚਾਰਾਂ ਹੋਣਗੀਆਂ। ਉਹੋ ਹੀ ਬਾਣੀ ਹੈ, ਉਹੋ ਹੀ ਵਿਚਾਰਾਂ ਨੇ, ਉਹੋ ਹੀ ਸਾਖੀਆਂ, ਉਹੋ ਹੀ ਇਤਿਹਾਸ ਹੈ, ਪਰ ਇਹਦੇ ਵਿੱਚ ਕੜਾਕਾ ਹੋਵੇਗਾ ਸੰਤ ਜੀ ਮਹਾਰਾਜ ਦਾ। ਜਿਹੜੇ ਇਹਨਾਂ ਦੇ ਕਮਾਏ ਹੋਏ ਵਚਨ ਨੇ, ਕਥਨੀ ਤੇ ਹਰ ਕੋਈ ਕਰ ਸਕਦਾ ਹੈ, ਪਰ ਕਰਨੀ ਇਹ ਸੂਰਬੀਰਾਂ ਦਾ ਕੰਮ ਹੈ। ਜਿਸ ਤਰ੍ਹਾਂ ਉਹ ਬਾਣੀਆਂ ਕਹਿ ਰਿਹਾ ਸੀ ਕਿ ਮੁੱਲ ਕੜਾਕੇ ਦਾ ਹੈ, ਬਿਲਕੁਲ ਇਸੇ ਤਰ੍ਹਾਂ ਇੱਥੇ ਮੁੱਲ ਕਰਨੀ ਦਾ ਹੈ।
ਤਾਂ ਤੇ ਸਾਰ ਸੰਗਤ ਧਿਆਨ ਦਿਓ। ਕਈ ਸੱਜਣ, ਕਈ ਵਿਦਵਾਨ ਜਾਂ ਕਈ ਵਕਤਾ, ਕਈ ਬੁਲਾਰੇ ਐਸੇ ਹੁੰਦੇ ਨੇ, ਉਹ ਹਾਸ ਰਸ ਦੀ ਗੱਲ ਵੀ ਕਰ ਜਾਂਦੇ ਹਨ, ਪਰ ਬੜੀ ਗੰਭੀਰਤਾ ਦੇ ਨਾਲ ਉੱਤਮ ਹਾਸ ਰਸ ਬੋਲਦੇ ਨੇ। ਹੁਣ ਇਹੋ ਜਿਹਾ ਸੁਭਾਅ ਸੀ ਸੁਥਰੇ ਦਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਇਹ ਸੁਥਰਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਆ ਰਿਹਾ ਹੈ। ਇਸ ਨੂੰ ਹਰ ਪੱਖ ਤੋਂ ਇਹ ਸਿੱਖੀ ਦੀ ਬਾਬਤ ਪੂਰੀ ਭਰਪੂਰ ਜਾਣਕਾਰੀ ਹੈ। ਵੀ ਜਦੋਂ ਵੀ ਸੰਗਤ ਵਿੱਚ ਆਉਂਦਾ ਹੈ, ਤੁਹਾਨੂੰ ਕੋਈ ਨਸੀਹਤ ਦਿੰਦਾ ਹੈ, ਪਰ ਵਿਧੀ ਜਾਂ ਢੰਗ ਤਰੀਕਾ ਇਸ ਦਾ ਆਪਣਾ ਹੁੰਦਾ ਹੈ। ਹੁਣ ਵੀ ਤੁਹਾਨੂੰ ਇਸ ਨੇ ਨਸੀਹਤ ਦਿੱਤੀ ਹੈ, ਇਹਦੀ ਗੱਲ ਪੱਲੇ ਬੰਨ੍ਹ ਲਓ ਵੀ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਇਹ ਸਿਰਫ ਕੰਨਾਂ ਦੇ ਰਸ ਦਾ ਰਸ ਲੈਣ ਵਾਸਤੇ ਨਹੀਂ ਸੁਣਨਾ। ਉਹ ਸਾਰ ਸੰਗਤ ਅੱਜ ਸਾਡੇ ਸਰੋਤੇ ਵੀ ਇਹੋ ਜਿਹੇ ਹੋ ਗਏ ਨੇ, ਵਕਤੇ ਵੀ ਇਹੋ ਜਿਹੇ ਹੋ ਗਏ ਨੇ। ਵਕਤੇ ਉਹ ਗੱਲ ਸੁਣਾਉਂਦੇ ਨੇ ਜਿਹਨੂੰ ਸੁਣ ਕੇ ਸਰੋਤੇ ਖੁਸ਼ ਹੋਣ। ਗੁਰਮਤ ਦਾ ਉਸ ਗੱਲ ਦੇ ਨਾਲ ਭਾਵੇਂ ਵਾਸਤਾ ਹੋਵੇ ਭਾਵੇਂ ਨਾ। ਉਹ ਸਾਧ ਸੰਗਤ ਵਕਤੇ ਦਾ ਕੰਮ ਇਹ ਨਹੀਂ ਹੁੰਦਾ ਵੀ ਸਰੋਤੇ ਕੀ ਸੁਣਨਾ ਚਾਹੁੰਦੇ ਨੇ। ਵਕਤੇ ਦਾ ਕੰਮ ਹੁੰਦਾ ਉਹਨੇ ਦੇਖਣਾ ਮੈਂ ਸਰੋਤਿਆਂ ਨੂੰ ਸੁਣਾਉਣਾ ਕੀ ਹੈ, ਮੇਰਾ ਫਰਜ਼ ਕੀ ਬਣਦਾ ਹੈ, ਮੇਰੀ ਜ਼ਿੰਮੇਵਾਰੀ ਕੀ ਹੈ। ਹਾਂ, ਕੰਨਾਂ ਦਾ ਰਸ ਲੈਣ ਵਾਸਤੇ ਨਹੀਂ ਸੁਣਨਾ। ਗੁਰਬਾਣੀ ਦਾ ਕੀਰਤਨ ਵੀ ਬਾਬਿਆਂ ਨੇ ਬੜੀ ਵਧੀਆ ਧਾਰਨਾ ਪੜ੍ਹੀ, ਰਾਗੀ ਸਿੰਘਾਂ ਨੇ ਬੜਾ ਵਧੀਆ ਸ਼ਬਦ ਪੜ੍ਹਿਆ, ਝੂਮ ਝੂਮ ਕੇ ਕੰਨਾਂ ਦਾ ਰਸ ਲੈਣ ਵਾਸਤੇ ਸੁਣਦੇ ਤਾਂ ਰਹੇ, ਪਰ ਜਿਹੜਾ ਸ਼ਬਦ ਦਾ ਤਾਤਪਰਜ ਹੈ ਉਸ ਨੂੰ ਸਮਝਿਆ ਹੀ ਨਹੀਂ। ਜਿਹੜਾ ਸ਼ਬਦ ਦਾ ਨਿਚੋੜ ਹੈ, ਸ਼ਬਦ ਦੇ ਵਿੱਚ ਸਤਿਗੁਰੂ ਜੀ ਦੀ ਦਿੱਤੀ ਹੋਈ ਨਸੀਹਤ ਹੈ, ਉਹਦੇ ਵੱਲ ਤਵੱਜੋ ਹੀ ਕੋਈ ਨਾ ਦਿੱਤੀ। ਪਰ ਇਹੋ ਜਿਹਾ ਸੁਣਨਾ ਕਿਸੇ ਲੇਖੇ ਵਿੱਚ ਨਹੀਂ। ਉਹ ਸੁਣਿਆ ਹੋਇਆ, ਉਹ ਗਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਕਬੂਲ ਹੁੰਦਾ ਹੈ, ਜਿਸ ਨੂੰ ਗਾ ਕੇ ਸੁਣ ਕੇ ਫਿਰ ਅਮਲ ਵਿੱਚ ਵੀ ਲਿਆਂਦਾ ਜਾਵੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹਾਂ, ਜੋ ਆਪਾਂ ਸੁਣਨਾ ਹੈ, ਪੜ੍ਹਨਾ ਹੈ, ਗਾਉਣਾ ਹੈ, ਉਹਦੇ ਉੱਪਰ ਅਮਲ ਕਰਨ ਦਾ ਵੀ ਯਤਨ ਕਰਨਾ ਹੈ। ਹੁਣ ਜੋ ਆਪਣਾ ਪਿਛਲਾ ਪ੍ਰਕਰਨ ਚੱਲ ਰਿਹਾ ਹੈ, 9ਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਹਾਨ ਘਾਲਣਾ ਘਾਲ ਰਹੇ ਨੇ, ਤਪ ਕਰ ਰਹੇ ਨੇ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ। ਬਾਬਾ ਬਸੇ ਜਗਰਾਮ ਬਕਾਲੇ, ਬਨ ਗੁਰੂ ਸੰਗਤ ਸਕਲ ਸੰਭਾਲੇ। ਪਰ ਆਪ ਪ੍ਰਗਟ ਹੋਣ ਵਾਸਤੇ ਤਿਆਰ ਨਹੀਂ। ਆਪ ਇਹ ਵਚਨ ਕਹਿ ਰਹੇ ਨੇ ਕਿ ਅਸੀਂ ਇਹ ਗੁਰਤਾ ਦੀ ਪੰਡ ਨਹੀਂ ਚੁੱਕਣੀ, ਅਸੀਂ ਇਸ ਵਿਖੇਪਤਾ ਵਿੱਚ ਨਹੀਂ ਪੈਣਾ। ਔਰ ਜਿਹੜੇ ਦੁਨੀਆ ਦੀਆਂ ਵਡਿਆਈਆਂ ਜਾਂ ਦੁਨੀਆ ਦੇ ਪਦਾਰਥ ਸੰਗਤਾਂ ਦੀਆਂ ਕਾਰ ਭੇਟਾਵਾਂ ਬਟੋਰਨ ਵਾਸਤੇ ਆਏ ਸਨ, ਉਹਨਾਂ ਨੇ ਆਪਣੇ ਤੰਬੂ ਗੱਡ ਲਏ, ਅੱਗੇ ਮਸੰਦ ਛੱਡ ਦਿੱਤੇ। ਉਹ ਮਸੰਦ ਘੇਰ ਘੇਰ ਕੇ ਸੰਗਤਾਂ ਨੂੰ ਉਹਨਾਂ ਦੇ ਤੰਬੂਆਂ ਵੱਲ ਲਿਆਉਣ ਲੱਗੇ। ਚਾਰੇ ਪਾਸੇ ਖਿੱਚਾ ਤੂੰ ਹੀ ਕਸ਼ਮਕਸ਼, ਜਿੱਧਰ ਵੀ ਦੇਖੋ ਕਿਸੇ ਪਾਸੇ ਕੋਈ ਮਸੰਦ ਫਿਰ ਰਿਹਾ ਹੈ, ਕਿਸੇ ਪਾਸੇ ਕਿਸੇ ਹੋਰ ਪਾਖੰਡੀ ਗੁਰੂ ਦਾ ਮਸੰਦ ਉਹ ਭਾਲ ਵਿੱਚ ਹੈ ਵੀ ਮੈਨੂੰ ਕੋਈ ਭੋਲਾ ਭਾਲਾ ਸਿੱਖ ਮਿਲੇ, ਮੈਂ ਉਸ ਨੂੰ ਵਰਗਲਾ ਕੇ ਆਪਣੇ ਗੁਰੂ ਦੇ ਤੰਬੂ ਵਿੱਚ ਲੈ ਜਾਵਾਂ। ਮੱਖਣ ਸ਼ਾਹ ਨੇ ਉੱਥੇ ਪਹੁੰਚ ਕੇ ਦੇਖਿਆ, ਬੜਾ ਇਸ ਦੇ ਮਨ ਨੂੰ ਦੁੱਖ ਲੱਗਿਆ ਵੀ ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ, ਸੰਗਤਾਂ ਦੀਆਂ ਕਾਰ ਭੇਟਾਵਾਂ ਵਿਅਰਥ ਜਾ ਰਹੀਆਂ ਨੇ। ਇਹਦੇ ਵਾਸਤੇ ਕੋਈ ਯਤਨ ਕਰਨਾ ਚਾਹੀਦਾ ਹੈ। ਉਹ ਸਾਧ ਸੰਗਤ
ਪਤਾ ਤੇ ਇਸ ਨੂੰ ਵੀ ਸੀ ਵੀ ਗੁਰੂ ਤੇ 22 ਹੋ ਨਹੀਂ ਸਕਦੇ, ਗੁਰੂ ਤੇ ਸਿਰਫ ਇੱਕ ਹੀ ਹੈ। ਔਰ ਇਹ ਵੀ ਨਿਸ਼ਚੈ ਵੀ ਜਿਹੜਾ ਸਮਰੱਥ ਹੈ ਉਹਨੇ ਤੇ ਆਪਣੀ ਅਮਾਨਤ ਮੰਗ ਹੀ ਲੈਣੀ ਹੈ। ਹੋਵੇ ਨਾ ਮੈਂ ਬਾਕੀਆਂ ਦੀ ਵੀ ਪਰਖ ਕਰ ਲਵਾਂ। ਹੁਣ ਇਹਨੇ ਖੀਸੇ ਵਿੱਚ ਕੁਝ ਮੋਹਰਾਂ ਪਾ ਲਈਆਂ। ਜਿਹੜੇ ਵੀ ਤੰਬੂ ਵਿੱਚ ਜਾਂਦਾ ਹੈ ਖੀਸੇ ਵਿੱਚੋਂ 2 ਮੋਹਰਾਂ ਕੱਢਦਾ ਹੈ, ਰੱਖ ਕੇ ਮੱਥਾ ਟੇਕ ਦਿੰਦਾ ਹੈ। ਬੜੇ ਇਸ ਨੂੰ ਥਾਪੜੇ ਮਿਲਦੇ ਨੇ, ਮੱਖਣ ਸ਼ਾਹ ਤੂੰ ਨਿਹਾਲ ਹੋਇਆ, ਤੇਰੇ ਜਨਮ ਮਰਨ ਦੇ ਬੰਧਨ ਹੀ ਕੱਟੇ ਗਏ। ਥਾਪੜੇ ਤਾਂ ਬੜੇ ਮਿਲਦੇ ਨੇ, ਪਰ ਕਿਸੇ ਨੇ ਆਪਣੀ ਅਮਾਨਤ ਨਾ ਮੰਗੀ। ਇੱਕ ਇੱਕ ਕਰਕੇ ਸਾਰੇ ਤੰਬੂਆਂ ਵਿੱਚ ਗਿਆ। ਧੀਰਮਲ ਦਾ ਡੰਬਰ ਬਹੁਤਾ ਵੱਡਾ ਸੀ, ਉਹਦੇ ਤੰਬੂ ਵਿੱਚ ਵੀ ਗਿਆ ਜਿੱਥੇ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਉੱਥੇ ਵੀ ਜਾ ਕੇ ਨਮਸਕਾਰ ਕੀਤੀ। 5 ਮੋਹਰਾਂ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਸ਼ਨੀ ਭੇਟਾ ਰੱਖ ਕੇ ਮੱਥਾ ਟੇਕਿਆ। ਫਿਰ ਧੀਰਮਲ ਦੇ ਤੰਬੂ ਵਿੱਚ ਆ ਗਿਆ, ਖੀਸੇ ਵਿੱਚੋਂ 2 ਮੋਹਰਾਂ ਕੱਢੀਆਂ, ਧੀਰਮਲ ਨੂੰ ਮੱਥਾ ਟੇਕਿਆ। ਧੀਰਮਲ ਨੇ ਵੀ ਬੜੇ ਥਾਪੜੇ ਦਿੱਤੇ, ਦੇਖਾ ਤੂੰ ਨਿਹਾਲ ਨਿਹਾਲ। ਆਪਣੇ ਮਸੰਦਾਂ ਨੂੰ ਕਹਿਣ ਲੱਗਿਆ ਵੀ ਇਹਦੇ ਨਾਲ ਬਹੁਤ ਵੱਡਾ ਲਸ਼ਕਰ ਹੈ, ਇਸ ਦਾ ਬਹੁਤ ਵੱਡਾ ਕਾਫਲਾ ਹੈ, ਵੀ ਇਹਦੇ ਲੰਗਰ ਦੇ ਵਿੱਚ ਰਸਦ ਪਹੁੰਚਾ ਦਿਓ। ਸੇਵਾ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਹ ਸਾਧ ਸੰਗਤ ਥਾਪੜੇ ਤੇ ਧੀਰਮਲ ਪਾਸੋਂ ਵੀ ਬੜੇ ਮਿਲੇ, ਪਰ ਇੱਥੋਂ ਵੀ ਨਿਰਾਸ਼ਤਾ ਹੀ ਪੱਲੇ ਪਈ। ਤੂੰ ਵਾਪਸ ਆ ਗਿਆ। ਹੁਣ ਰਸਤੇ ਵਿੱਚ ਕੁਝ ਬੱਚੇ ਖੇਡ ਰਹੇ ਨੇ, ਉਹਨਾਂ ਪਾਸੋਂ ਪੁੱਛਿਆ ਵੀ ਇੱਥੇ ਕੋਈ ਹੋਰ ਗੁਰੂ ਵੀ ਹੈ। ਇੱਕ ਸਿਆਣਾ ਬੱਚਾ ਕਹਿਣ ਲੱਗਿਆ ਵੀ ਆਓ ਸਾਹਮਣੇ ਅਟਾਰੀ ਹੈ, ਉਸ ਅਟਾਰੀ ਦੇ ਹੇਠ ਇੱਕ ਭੋਰਾ ਹੈ, ਉੱਥੇ ਬੜੇ ਲੰਮੇ ਸਮੇਂ ਤੱਕ ਗੁਰੂ ਤਪ ਕਰ ਰਿਹਾ ਹੈ। ਦੇਖਿਆ ਤੇ ਅਸੀਂ ਉਸ ਨੂੰ ਕਦੇ ਹੈ ਨਹੀਂ, ਪਰ ਸੁਣਨ ਵਿੱਚ ਆਇਆ ਉਹ ਸਿਰਫ ਅੱਧੀ ਰਾਤ ਨੂੰ ਬਾਹਰ ਆਉਂਦਾ ਉਸ ਭੋਰੇ ਤੋਂ, ਜਦੋਂ ਉਸ ਨੂੰ ਕੋਈ ਨਹੀਂ ਦੇਖਦਾ। ਸਾਡੇ ਜੰਮਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ। ਸਾਡੇ ਬਜ਼ੁਰਗ ਦੱਸਦੇ ਨੇ ਵੀ ਬੜੇ ਲੰਮੇ ਸਮੇਂ ਤੋਂ ਬੈਠਾ ਇੱਥੇ ਤਪ ਕਰ ਰਿਹਾ ਹੈ। ਨਾਮ ਉਸਦਾ ਤੇਗ ਬਹਾਦਰ ਹੈ, ਪਰ ਉਸਦੀ ਮਸਤਾਨੀ ਦੀ ਵਿਰਤੀ ਹੋਣ ਕਰਕੇ ਉਸ ਨੂੰ ਲੋਕੀ ਤੇਗਾ ਮਸਤਾਨਾ ਹੀ ਕਹਿੰਦੇ ਨੇ। ਉਹ ਸਾਧ ਸੰਗਤ ਮੱਖਣ ਸ਼ਾਹ ਉਧਰ ਨੂੰ ਚੱਲ ਪਿਆ। ਹੁਣ ਜਦੋਂ ਗਿਆ ਉਸ ਭੋਰੇ ਦੇ ਪਾਸ, ਇਹਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਇੱਥੇ ਤਪ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਮਹਿਲ ਮਾਤਾ ਨਾਨਕੀ ਜੀ, ਉਹਨਾਂ ਦੇ ਵੀ ਦਰਸ਼ਨ ਹੋਏ। ਨਮਸਕਾਰ ਕੀਤੀ, ਮਾਤਾ ਜੀ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਬੜੀ ਦੂਰੋਂ ਚੱਲ ਕੇ। ਮਾਤਾ ਜੀ ਕਹਿੰਦੇ ਗੁਰਮੁਖਾ ਕਿ ਉਹ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ, ਕਿਸੇ ਨਾਲ ਕੋਈ ਬਚਨ ਵਿਲਾਸ ਕਰਦੇ ਹੀ ਨਹੀਂ। ਮਾਤਾ ਮੈਂ ਕੋਈ ਬਚਨ ਵਿਲਾਸ ਨਹੀਂ ਕਰਾਂਗਾ, ਉਹਨਾਂ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਾਂਗਾ, ਬਸ ਮੈਂ ਤੇ ਸਿਰਫ ਦਰਸ਼ਨ ਹੀ ਕਰਕੇ ਵਾਪਸ ਆ ਜਾਵਾਂਗਾ, ਜੇ ਮੈਨੂੰ ਆਗਿਆ ਮਿਲ ਜਾਵੇ ਤਾਂ। ਮਾਤਾ ਨਾਨਕੀ ਜੀ ਕਹਿੰਦੇ ਗੁਰਮੁਖਾ ਉਹ ਕਿਸੇ ਨੂੰ ਮਿਲਦੇ ਤੇ ਹੈ ਨਹੀਂ, ਮੈਂ ਇੱਕ ਵਾਰ ਅਰਜ਼ ਕਰ ਦਿੰਦੀ ਹਾਂ ਸ਼ਾਇਦ ਕਬੂਲ ਹੋ ਜਾਵੇ। ਫਿਰ ਮਾਤਾ ਨਾਨਕੀ ਜੀ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਾ ਕੇ ਦੱਸਿਆ ਕਿ ਪੁੱਤਰ ਜੀ ਉਹ ਇੱਕ ਸਿੱਖ ਆਇਆ ਬੜੀ ਦੂਰੋਂ ਚੱਲ ਕੇ, ਉਹ ਤੁਹਾਡੇ ਦਰਸ਼ਨ ਕੀਤਾ ਚਾਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਜਾਣ ਗਏ। ਹੁਣ ਇਸ ਨੇ ਟਲਣਾ ਨਹੀਂ, ਇਹ ਸਾਨੂੰ ਜ਼ਰੂਰ ਪ੍ਰਗਟ ਕਰਕੇ ਹੀ ਰਹੇਗਾ। ਇੱਕ ਵਾਰ ਤੇ ਮਨ ਵਿੱਚ ਖਿਆਲ ਆਇਆ ਵੀ ਇਸ ਨੂੰ ਟਾਲ ਦੇਈਏ,
ਜਿਸ ਨੂੰ ਮਿਲੇ ਤਾਂ ਗੁਰਤਾ ਦੀ ਪੰਡ ਚੁੱਕਣੀ ਪਏਗੀ। ਔਰ ਫਿਰ ਖਿਆਲ ਆਇਆ ਵੀ ਜੇ ਸਿੱਖ ਇੱਥੋਂ ਵੀ ਨਿਰਾਸ਼ ਚਲਿਆ ਗਿਆ, ਇਹਨੂੰ ਸ਼ਰਧਾਹੀਣਤਾ ਦਾ ਦੋਸ਼ ਲੱਗੇਗਾ। ਇਹ ਤੇ ਸਾਰੇ ਪਾਖੰਡੀ ਹੀ ਤੁਰੇ ਫਿਰਦੇ ਨੇ। ਉਹ ਸਾਧ ਸੰਗਤ ਅੰਦਰ ਕਸ਼ਮਕਸ਼ ਹੁੰਦੀ ਰਹੀ। ਅਖੀਰ ਜਿਹੜਾ ਸਿੱਖ ਦਾ ਸਿਦਕ ਵਾਲਾ ਸ਼ਰਧਾ ਵਾਲਾ ਪਲੜਾ ਸੀ ਨਾ, ਉਹ ਭਾਰੀ ਪੈ ਗਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਆਗਿਆ ਦੇਣੀ ਪਈ। ਮੱਖਣ ਸ਼ਾਹ ਆ ਗਿਆ, ਦਰਸ਼ਨ ਕੀਤੇ, ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ। ਅੰਦਰ ਸੱਚਾ ਨੇਹੁ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। तो साध संगत गुरु के दर्शना विच ही ऐसी बरकत है। सो कहो टल गुर सेवियै, ऐनस सहज सुभाए, दर्शन परसै गुरु कै, जन्म मरण दुख जाए। मेरा तन मन होए निहाल, जा गुरु देखा सामने। मेरा तन मन होए निहाल, जा गुरु देखा सामने। मेरा तन मन होए निहाल, जा गुरु देखा सामने। मेरा तन मन होए निहाल, जा गुरु देखा सामने। जा गुरु देखा सामने, जा गुरु देखा सामने। हाँ देखा सामने, जा गुरु देखा सामने। जा गुरु देखा सामने, जा गुरु देखा सामने। देखा सामने, जा गुरु देखा सामने। मेरा तन मन होए निहाल, जा गुरु देखा सामने। मेरा तन मन होए निहाल, जा गुरु देखा सामने। दर्शन करके ही मन में इतनी शांति मिली, जिहड़ा हुण तक परेशान सी ना, एकदम मन विच ख्याल आया कि सारी
ਉਹ ਦਸਵੰਧ ਦੀ ਭੇਟ ਔਰ 500 ਮੋਹਰਾਂ ਲਿਆ ਕੇ ਇਹਨਾਂ ਦੇ ਚਰਨਾਂ ਵਿੱਚ ਢੇਰੀ ਕਰਦੇ ਆ। ਫਿਰ ਸੋਚਿਆ ਇੱਕ ਵਾਰ ਪੂਰੀ ਤਸੱਲੀ ਹੋ ਜਾਵੇ। ਉਹ ਸਾਰ ਸੰਗਤ ਉਸੇ ਤਰ੍ਹਾਂ ਜਿਵੇਂ ਬਾਕੀ ਗੁਰੂਆਂ ਨੂੰ 2-2 ਮੋਹਰਾਂ ਰੱਖ ਕੇ ਮੱਥਾ ਟੇਕਦਾ ਸੀ, ਇੱਥੇ ਵੀ ਆ ਕੇ ਇਸਨੇ ਉਸੇ ਤਰ੍ਹਾਂ ਖੀਸੇ ਵਿੱਚੋਂ 2 ਮੋਹਰਾਂ ਕੱਢੀਆਂ। ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨ ਉੱਤੇ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਨੂੰ ਮੋਢੇ ਤੋਂ ਪਕੜ ਲਿਆ। ਮੱਖਣ ਸ਼ਾਹ ਵੀ ਗੁਰੂ ਆਪਣੇ ਸਿੱਖ ਦੀ ਭੇਟਾ ਦਾ ਭੁੱਖਾ ਨਹੀਂ, ਨਾ ਗੁਰੂ ਮੰਗਤਾ ਹੈ, ਗੁਰੂ ਤੇ ਦਾਤਾ ਹੈ। ਸਤਿਗੁਰੂ ਦਾਤਾ ਸਭਨਾ ਵੱਥੂ ਕਾ। ਗੁਰੂ ਦੇ ਪਾਸੋਂ ਤੇ ਸਿੱਖ ਨੇ ਸਭ ਕੁਝ ਮੰਗਣਾ ਹੈ। ਗੁਰਦਾਤਾ ਗੁਰੂ ਹਿਵੈ ਘਰ, ਗੁਰਦੀਪਕ ਤਿਹੋ ਲੋਏ। ਗੁਰੂ ਤੇ ਦਾਤਾ ਹੈ, ਧਰਮ ਅਰਥ ਕਾਮ ਮੋਕਸ਼ ਚਾਰੀ ਪਦਾਰਥ ਬਖਸ਼ਣ ਵਾਸਤੇ ਸਮਰੱਥ ਹੈ। ਔਰ ਸਿੱਖ ਹੈ ਭਿਖਾਰੀ। ਗੁਰੂ ਸਿੱਖ ਕੇ ਜਾਤਕ ਨਹੀਂ, ਪਰ ਸਿੱਖ ਦਾ ਫਰਜ਼ ਨਹੀਂ ਵੀ ਗੁਰੂ ਦੀ ਅਮਾਨਤ ਵਿੱਚ ਖਿਆਨਤ ਕਰੇ। ਉਹ ਸਾਧ ਸੰਗਤ ਮੱਖਣ ਸ਼ਾਹ ਇੱਕਦਮ ਸਮਝ ਗਿਆ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ ਵੀ ਤਾਂ ਸੰਕਲਪ ਕੀ ਕੀਤਾ ਸੀ ਵੀ ਸ਼ੁਕਰਾਨੇ ਵਜੋਂ ਮੈਂ ਗੁਰੂ ਚਰਨਾਂ 'ਚ ਲਿਜਾ ਕੇ 500 ਮੇਰਾ ਮੋਹਰਾਂ ਭੇਟਾ ਕਰਾਂਗਾ। ਦਸਵੰਧ ਦੀ ਜਿਹੜੀ ਮਾਇਆ ਹੈ, ਦਸਵੰਧ ਤੋਂ ਵੱਖਰੀਆਂ ਉਹ 500 ਮੋਹਰਾਂ ਇਹ ਚੁੱਕੀ ਫਿਰਦਾ 2। ਬਸ ਸਾਧ ਸੰਗਤ ਮੱਖਣ ਸ਼ਾਹ ਨੂੰ ਤੇ ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ, ਕਹਿੰਦੇ ਖੁਸ਼ੀ ਵਿੱਚ ਇਸ ਦੀ ਛਾਤੀ ਫੁੱਲ ਗਈ। ਇਹ ਆਮ ਖਿਆਲ ਕੀਤਾ ਜਾਂਦਾ ਹੈ ਜਦੋਂ ਬੰਦੇ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇ ਨਾ, ਖੁਸ਼ੀ ਵਿੱਚ ਛਾਤੀ ਫੁੱਲ ਜਾਂਦੀ ਹੈ। ਇਹਦੀ ਛਾਤੀ ਫੁੱਲ ਗਈ। ਜਿਹੜਾ ਇਸਨੇ ਜਾਮਾ ਪਹਿਨ ਰੱਖਿਆ ਸੀ, ਜਾਮੇ ਦੀਆਂ ਤਣੀਆਂ ਟੁੱਟ ਗਈਆਂ। ਉਹ ਸਾਧ ਸੰਗਤ ਇਹਨੂੰ ਤੇ ਆਪਣੇ ਸਰੀਰ ਦੀ ਸੁੱਧ ਬੁੱਧ ਨਾ ਰਹੀ। ਖੁਸ਼ੀ ਦੇ ਵਿੱਚ ਕਈ ਵਾਰ ਦੇਖਣ ਵਿੱਚ ਆਉਂਦਾ, ਕਈ ਖੁਸ਼ੀ ਵਿੱਚ ਵੀ ਪਾਗਲ ਹੋ ਜਾਂਦੇ ਨੇ, ਬਾਬਰਿਆਂ ਵਰਗੀ ਹਾਲਤ ਹੋ ਜਾਂਦੀ ਹੈ ਉਹਨਾਂ ਦੀ। ਤੋ ਐਸੀ ਦਸ਼ਾ ਹੋ ਗਈ ਮੱਖਣ ਸ਼ਾਹ ਦੀ। ਜਦੋਂ ਉੱਪਰ ਆਇਆ, ਗੁਰੂ ਲਾ ਦੋਰੇ, ਗੁਰੂ ਲਾ ਦੋਰੇ। ਮਾਤਾ ਨਾਨਕੀ ਜੀ ਨੂੰ ਕਹਿਣ ਲੱਗਾ, ਮਾਤਾ ਜੀ ਸੰਗਤਾਂ ਬਾਹਰ ਤਰਾਹ ਤਰਾਹ ਕਰ ਰਹੀਆਂ ਨੇ, ਸੰਗਤਾਂ ਵਿੱਚ ਹਾਹਾਕਾਰ ਮੱਚੀ ਹੈ, ਤੁਸੀਂ ਗੁਰੂ ਜੀ ਨੂੰ ਇੱਥੇ ਭੋਰੇ ਵਿੱਚ ਵਾੜ ਕੇ ਰੱਖਿਆ ਹੈ, ਭੋਰੇ ਵਿੱਚ ਛੁਪਾ ਲਿਆ ਹੈ। ਮਾਤਾ ਨਾਨਕੀ ਜੀ ਕਹਿਣਗੇ, ਗੁਰਮੁਖਾ ਇੱਥੇ ਹੀ ਚੁੱਪ ਕਰ ਜਾ, ਅਸੀਂ ਤੇ ਬਥੇਰਾ ਯਤਨ ਕਰਕੇ ਦੇਖ ਲਿਆ। ਮੱਖਣ ਸ਼ਾਹ ਕਹਿਣਗੇ, ਮਾਤਾ ਜੀ ਵੀ ਮੈਨੂੰ ਆਗਿਆ ਦਿਓ, ਫਿਰ ਮੈਂ ਵੀ ਯਤਨ ਕਰਾਂ। ਪਰ ਤੈਨੂੰ ਪਹਿਲਾਂ ਹੀ ਇਹ ਗੱਲ ਦੱਸ ਦੇਣੀ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਾ ਵਚਨ ਇਹ ਹੈ, ਜਿਹੜਾ ਸਾਨੂੰ ਪ੍ਰਗਟ ਕਰਨ ਦੀ ਗੱਲ ਕਰੇਗਾ, ਦੋਨਾਂ ਜਹਾਨਾਂ 'ਚ ਉਸਦਾ ਮੂੰਹ ਕਾਲਾ ਹੋਵੇਗਾ। ਕਰ ਲੈ ਯਤਨ। ਬਸ ਮਾਤਾ ਜੀ ਇੰਨੀ ਹੀ ਗੱਲ ਹੈ। ਫਿਰ ਦਿਓ ਮੈਨੂੰ ਤਵਾ। ਤਵਾ ਲਿਆ ਮਾਤਾ ਨਾਨਕੀ ਜੀ ਦੇ ਪਾਸੋਂ। ਤਵੇ ਦੀ ਕਾਲਖ ਮੱਖਣ ਸ਼ਾਹ ਨੇ ਆਪਣੇ ਚਿਹਰੇ ਦੇ ਉੱਪਰ ਮਲ ਲਈ। ਹੁਣ ਨਸ਼ਰ ਹੋਣ ਵਾਸਤੇ, ਜਿਵੇਂ ਆਪਾਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਨਾ, ਆਪਣਾ ਜਲੂਸ ਕੱਢਣ ਵਾਸਤੇ ਮੱਖਣ ਸ਼ਾਹ ਅਟਾਰੀ ਤੇ ਚੜ੍ਹ ਗਿਆ। ਉਹ ਸਾਧ ਸੰਗਤ ਕਈ ਵਾਰ ਜਿਹੜੇ ਪਰਉਪਕਾਰੀ ਸਿੱਖ ਹੁੰਦੇ ਨੇ ਨਾ, ਉਹ ਆਪਣੇ ਮਾਣ ਸਨਮਾਨ ਦੀ ਪ੍ਰਵਾਹ ਨਹੀਂ ਕਰਦੇ। ਭਾਈ ਲੱਦਾ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ, ਉਹਦੀ ਬਾਬਤ ਵੀ ਆਪ ਨੇ ਸੁਣਿਆ ਹੋਵੇਗਾ। ਇਹ ਪ੍ਰਸੰਗ ਤੇ ਬਹੁਤ ਲੰਮਾ ਹੈ। ਜਦੋਂ ਭਾਈ ਸੱਤਾ ਔਰ ਬਲਵੰਡ ਉਹਨਾਂ ਨੂੰ ਸ਼ਰਾਪ ਮਿਲ ਗਿਆ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਉਹਨਾਂ ਦੇ ਸ਼ਰਾਪ ਦੇ ਨਾਲ ਇਹ ਕੋਹੜੀ ਹੋ ਗਏ। ਬੜੇ ਇਹਨਾਂ ਨੇ ਤਰਲੇ ਕੀਤੇ ਸਿੱਖਾਂ ਦੇ ਵੀ ਇੱਕ ਵਾਰ
ਸਾਨੂੰ ਲੈ ਜਾਓ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ। ਸਤਿਗੁਰੂ ਜੀ ਇੱਕ ਵਾਰ ਸਾਨੂੰ ਬਖਸ਼ ਦੇਣ, ਸਾਡੇ ਪਾਸੋਂ ਬੜੀ ਘੋਰ ਅਵੱਗਿਆ ਹੋ ਗਈ ਹੈ। ਅਸੀਂ ਤੇ ਜੀਵ ਹਾਂ, ਜੀਵ ਦਾ ਬਿਰਦ ਹੀ ਹੈ ਭੁੱਲਣਹਾਰ, ਔਰ ਸਤਿਗੁਰੂ ਜੀ ਦਾ ਬਿਰਦ ਹੈ ਬਖਸ਼ਿੰਦ। ਹੁਣ ਜਦੋਂ ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਵੀ ਸਾਡੀ ਸ਼ਾਨ ਦੇ ਖਿਲਾਫ ਜੋ ਕੁਝ ਮਰਜ਼ੀ ਬੋਲ ਲੈਂਦੇ, ਅਸੀਂ ਬਰਦਾਸ਼ਤ ਕਰ ਲੈਂਦੇ, ਪਰ ਉਹਨਾਂ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਨ ਦੇ ਖਿਲਾਫ ਵੀ ਬੜੀ ਭੱਦੀ ਸ਼ਬਦਾਵਲੀ ਵਰਤੀ ਵੀ ਸਾਡੇ ਪਾਸੋਂ ਆਪਣੇ ਗੁਰੂਦੇਵ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਮਾਨ ਬਰਦਾਸ਼ਤ ਨਹੀਂ ਹੋਇਆ। ਇਸ ਕਰਕੇ ਉਹ ਹੁਣ ਬਖਸ਼ਣ ਦੇ ਕਾਬਲ ਹੀ ਨਹੀਂ ਰਹੇ। ਉਹ ਦੁਬਾਰਾ ਉਹਨਾਂ ਨੂੰ ਬਖਸ਼ਾਉਣ ਦੀ ਸਾਡੇ ਪਾਸ ਗੱਲ ਨਾ ਕਰਨੀ। ਫਿਰ ਵੀ ਜੇ ਸਿੱਖ ਦੇ ਕਿਸੇ ਸਿੱਖ ਦੇ ਮਨ 'ਚ ਦਇਆ ਆ ਜਾਂਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਉਹੀ ਵਚਨ ਕੀਤਾ ਵੀ ਜਿਹੜਾ ਉਹਨਾਂ ਨੂੰ ਬਖਸ਼ਾਉਣ ਦੀ ਗੱਲ ਕਰੇਗਾ ਉਹਦਾ ਖੋਤੇ ਉੱਪਰ ਬਿਠਾ ਕੇ ਨਾ ਮੂੰਹ ਕਰਕੇ ਕਾਲਾ ਉਹਦਾ ਜਲੂਸ ਕੱਢਿਆ ਜਾਵੇਗਾ, ਉਸ ਨੂੰ ਨਸ਼ਰ ਕੀਤਾ ਜਾਏਗਾ। ਫਿਰ ਭਾਈ ਲੁੱਧਾ ਪਰਉਪਕਾਰੀ ਲਾਹੌਰ ਦੇ ਰਹਿਣ ਵਾਲਾ, ਜਦੋਂ ਉਹਦੇ ਪਾਸ ਗਏ ਸੱਤਾ ਔਰ ਬਲਵੰਡ, ਉਹਦੇ ਅੱਗੇ ਜਾ ਕੇ ਤਰਲਾ ਕੀਤਾ, ਭਾਈ ਸਾਹਿਬ ਜੀ ਤੁਹਾਨੂੰ ਹੁਣ ਆਪਣੇ ਨਾਮ ਦੀ ਲਾਜ ਹੈ, ਤੁਹਾਨੂੰ ਸਾਰੇ ਹੀ ਪਰਉਪਕਾਰੀ ਭਾਈ ਲੱਧਾ ਕਹਿੰਦੇ ਨੇ, ਹੁਣ ਸਾਡੇ ਉੱਪਰ ਉਪਕਾਰ ਕਰੋ। ਉਹ ਸਾਧ ਸੰਗਤ ਭਾਈ ਲੱਧੇ ਦੇ ਚਿੱਤ ਵਿੱਚ ਕਰੁਣਾ ਆ ਗਈ। ਪਤਾ ਭਾਈ ਲੱਧੇ ਨੂੰ ਵੀ ਸੀ ਵੀ ਸਤਿਗੁਰੂ ਜੀ ਦਾ ਇਹ ਵਚਨ ਹੈ ਵੀ ਜਿਹੜਾ ਇਹਨਾਂ ਨੂੰ ਬਖਸ਼ਾਉਣ ਦੀ ਗੱਲ ਕਰੇਗਾ ਉਹਨੂੰ ਬਿਠਾ ਕੇ ਖੋਤੇ ਦੇ ਉੱਪਰ ਮੂੰਹ ਕਰਕੇ ਕਾਲਾ, ਉਸ ਨੂੰ ਸਾਰੇ ਨਸ਼ਰ ਕੀਤਾ ਜਾਵੇਗਾ, ਜਲੂਸ ਕੱਢਿਆ ਜਾਏਗਾ। ਉਹ ਸਾਧ ਸੰਗਤ ਇਸ ਨੇ ਉਸੇ ਤਰ੍ਹਾਂ ਆਪਣਾ ਮੂੰਹ ਕਰ ਲਿਆ ਕਾਲਾ, ਬੈਠ ਕੇ ਖੋਤੇ ਦੇ ਉੱਪਰ ਪਹਿਲਾਂ ਤੇ ਸਾਰੇ ਲਾਹੌਰ ਦਾ ਚੱਕਰ ਕੱਟਿਆ, ਖਾਸ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸਿੱਖ ਭਾਈਚਾਰਾ ਰਹਿੰਦਾ ਸੀ, ਵੀ ਸਭਨਾਂ ਨੂੰ ਪਤਾ ਲੱਗ ਜਾਵੇ, ਮੈਂ ਸਭਨਾਂ ਦੇ ਵਿੱਚ ਨਸ਼ਰ ਹੋ ਜਾਵਾਂ। ਇਹ ਅਪਮਾਨ ਸਿੱਖ ਜਗਤ ਦਾ ਬੱਚਾ ਬੱਚਾ ਦੇਖ ਲਵੇ। ਪਹਿਲਾਂ ਲਾਹੌਰ ਦੇ ਵਿੱਚ ਚੱਕਰ ਕੱਟਿਆ, ਫਿਰ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਫਿਰਿਆ, ਇਕੱਲੀ ਗਲੀ ਵਿੱਚ ਖੋਤੇ ਉੱਪਰ ਬੈਠ ਕੇ ਮੂੰਹ ਕਰਕੇ ਕਾਲਾ ਚੱਕਰ ਲਾਇਆ। ਇੱਕ ਬਹੁਤ ਵੱਡੀ ਭੀੜ ਜੁੜ ਗਈ ਇਹਦੇ ਪਿੱਛੇ, ਕੁਝ ਬੱਚੇ ਹੋ ਗਏ, ਕੁਝ ਤਮਾਸ਼ਬੀਨ ਵੀ ਹੋ ਗਏ। ਜਦੋਂ ਆ ਰਿਹਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਉਹ ਪਿੱਛੇ ਬੜਾ ਰੌਲਾ ਰੱਪਾ ਸ਼ੋਰ ਸ਼ਰਾਬਾ ਉਹ ਵੀ ਸੁਣਨ ਵਿੱਚ ਆ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਆਹ ਕੀ ਹੈ? ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਭਾਈ ਲੱਧਾ ਪਰਉਪਕਾਰੀ ਆ ਰਿਹਾ ਹੈ। ਵੀ ਭਾਈ ਲੱਧਾ ਤੇ ਅੱਗੇ ਵੀ ਆਉਂਦਾ ਗੁਰੂ ਦਰਬਾਰ ਦੇ ਵਿੱਚ, ਇਹ ਕੀ ਤਮਾਸ਼ਾ ਹੋ ਰਿਹਾ ਹੈ? ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਭਾਈ ਲੱਧਾ ਹੁਣ ਸੱਤੇ ਔਰ ਬਲਵੰਡ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਲੱਧੇ ਨੂੰ ਪਤਾ ਨਹੀਂ, ਅਸੀਂ ਤੇ ਪਹਿਲਾਂ ਹੀ ਮਨਾ ਕਰ ਦਿੱਤਾ ਹੈ। ਸਾਧ ਸੰਗਤ ਸਿੱਖਾਂ ਨੇ ਫਿਰ ਬੇਨਤੀ ਕੀਤੀ, ਗਰੀਬ ਨਵਾਜ਼ ਉਸ ਨੂੰ ਪਤਾ ਹੈ ਇਹ ਸ਼ੋਰ ਸ਼ਰਾਬਾ ਐਸੇ ਕਰਕੇ ਸੁਣਾਈ ਦੇ ਰਿਹਾ ਹੈ, ਉਸਨੇ ਆਪਣਾ ਮੂੰਹ ਕੀਤਾ ਕਾਲਾ, ਖੋਤੇ ਉੱਪਰ ਬੈਠਾ ਹੈ, ਉਹਦੇ ਪਿੱਛੇ ਬਹੁਤ ਸਾਰੇ ਬੱਚੇ, ਹੋਰ ਬਹੁਤ ਸਾਰੇ ਤਮਾਸ਼ਬੀਨ ਇਕੱਠੇ ਹੋਏ ਨੇ। ਉਹ ਸਾਧ ਸੰਗਤ ਜਦੋਂ ਭਾਈ ਲੱਧਾ ਇੰਨੇ ਨੂੰ ਨੇੜੇ ਆ ਗਿਆ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖਿਆ, ਛੱਡ ਕੇ ਆਪਣਾ ਸਿੰਘਾਸਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਲੱਧੇ ਨੂੰ ਗਲ ਦੇ ਨਾਲ ਲਾ ਲਿਆ। ਭਾਈ ਲੱਧਾ, ਜੇ ਤੂੰ ਵੈਸੇ ਹੀ ਬੇਨਤੀ ਕਰ ਦਿੰਦਾ ਨਾ, ਅਸੀਂ ਫੇਰ ਵੀ ਤੇਰਾ ਵਚਨ ਮੰਨ ਲੈਂਦੇ, ਇਹਨਾਂ ਨੂੰ ਬਖਸ਼ ਦਿੰਦੇ। ਹੁਣ ਇਹਨਾਂ ਨੂੰ ਕਹਿ
ਜਿਸ ਜ਼ਬਾਨ ਦੇ ਨਾਲ ਇਹਨਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿੰਦਿਆ ਕੀਤੀ ਹੈ, ਉਸੇ ਹੀ ਜ਼ਬਾਨ ਦੇ ਨਾਲ ਸਿਫਤ ਕਰਨ। ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿੰਦ ਨੇ, ਇਹਨਾਂ ਦੇ ਸਾਰੇ ਗੁਨਾਹ ਬਖਸ਼ ਦੇਣਗੇ। ਖੈਰ ਧਿਆਨ ਦਿਓ, ਸਾਰ ਸੰਗਤ ਤੇ ਪਰਉਪਕਾਰ ਹੈ। ਪਰਉਪਕਾਰ ਵਾਸਤੇ ਕਈ ਵਾਰ ਆਪਣਾ ਮਾਣ ਸਨਮਾਨ ਉਸ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ। ਜਿਹੜੇ ਪਰਉਪਕਾਰੀ ਸਿੱਖ ਨੇ ਨਾ, ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਉਹ ਗੁਰੂ ਨੂੰ ਪਿਆਰੇ ਲੱਗਦੇ ਨੇ। ਨੀ ਪਰਉਪਕਾਰੀ ਨੀ ਗੁਰੂ ਪਿਆਰੇ, ਗੁਰੂ ਪਿਆਰੇ। 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 ਪਰਉਪਕਾਰੀ ਗੁਰੂ ਪਿਆਰੇ, ਪਰਉਪਕਾਰੀ ਗੁਰੂ ਪਿਆਰੇ। ਪਰਉਪਕਾਰੀ ਗੁਰੂ ਪਿਆਰੇ, ਪਰਉਪਕਾਰੀ ਗੁਰੂ ਪਿਆਰੇ। ਪਰਉਪਕਾਰੀ ਨੀ ਗੁਰੂ ਪਿਆਰੇ, ਗੁਰੂ ਪਿਆਰੇ। ਪਰਉਪਕਾਰੀ ਨੀ ਗੁਰੂ ਪਿਆਰੇ, ਗੁਰੂ ਪਿਆਰੇ। ਪਰਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਜਿਨ੍ਹਾਂ ਦੇ ਹਿਰਦੇ ਅੰਦਰ ਪਰਉਪਕਾਰ ਦੀ ਭਾਵਨਾ ਹੁੰਦੀ ਹੈ ਨਾ, ਉਹ ਕਈ ਵਾਰ ਆਪਣੇ ਮਾਣ ਸਨਮਾਨ ਦੀ ਪਰਵਾਹ ਨਹੀਂ ਕਰਦੇ। ਦੂਸਰਿਆਂ ਦੇ ਬੋਲ ਕਬੋਲ ਵੀ ਸਹਾਰ ਲੈਂਦੇ ਨੇ। ਖੋਦ ਖਾਰ ਧਰਤੀ ਸਹਿ, ਕਾਟ ਕੂਟ ਬਨਰਾਏ। ਬੋਲ ਕਬੋਲ ਸਾਧੂ ਸਹੇ ਔਰ ਪੈ ਸਹਿਆ ਨਾ ਜਾਏ। ਕਿਹਨੂੰ ਆਪਣਾ ਅਪਮਾਨ, ਕਿਹਨੂੰ ਆਪਣਾ ਤਿਰਸਕਾਰ ਚੰਗਾ ਲੱਗਦਾ ਹੈ। ਸਾਧ ਸੰਗਤ ਪਰਉਪਕਾਰੀ ਆਪਣੇ ਅਪਮਾਨ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ। ਹੁਣ ਆਪਣਾ ਮੂੰਹ ਕਾਲਾ ਕਰਵਾਇਆ ਭਾਈ ਲੱਦੇ ਪਰਉਪਕਾਰੀ ਨੇ ਭਾਈ ਸੱਤਿਆਰ ਬੁੱਲਵੰਡੇ ਨੂੰ ਬਖਸ਼ਵਾਉਣ ਵਾਸਤੇ। ਇੱਧਰ ਸਾਧ ਸੰਗਤ ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਦੇ ਪਾਸੋਂ ਤਵਾ ਲਿਆ, ਆਪਣੇ ਚਿਹਰੇ ਉੱਪਰ ਕਾਲਖ ਮਲ ਲਈ, ਚੜ ਗਿਆ ਅਟਾਰੀ ਦੇ ਉੱਪਰ, ਪੱਲੂ ਫੇਰਨਾ ਸ਼ੁਰੂ ਕਰ ਦਿੱਤਾ। ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ, ਭੁੱਲੀਏ ਸੰਗਤੇ ਸੁਨੋ ਰੋ ਕਾਨ, ਸਤਿਗੁਰ ਲੱਦਾ ਮਹਿਦ ਮਹਾਨ। ਭੁੱਲੀਏ ਸੰਗਤੇ ਗੁਰੂ ਲਾਦੋ ਰੇ, ਭੁੱਲੀਏ ਸੰਗਤੇ ਗੁਰੂ ਲਾਦੋ ਰੇ। ਸੰਗਤੇ ਗੁਰੂ ਲਾਦੋ ਰੇ, ਭੁੱਲੀਏ ਸੰਗਤੇ ਗੁਰੂ
ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਲਾਦੋ ਰੇ ਗੁਰੂ ਲਾਦੋ ਰੇ ਸੁਨੀਏ ਸੰਗ ਤੇ ਗੁਰੂ ਲਾਦੋ ਰੇ ਸੁਨੀਏ ਸੰਗ ਤੇ ਗੁਰੂ ਲਾਦੋ ਰੇ ਸਾਧ ਸੰਗਤ ਮੱਖਣ ਸ਼ਾਹ ਨੇ ਆਪਣੇ ਆਪ ਨੂੰ ਨਸ਼ਰ ਕਰਨ ਵਾਸਤੇ ਮੂੰਹ ਕਾਲਾ ਕਰ ਰੱਖਿਆ ਹੈ। ਬਾਰ-ਬਾਰ ਪੱਲੂ ਫੇਰ ਰਿਹਾ ਹੈ, ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ ਹੈ, ਗੁਰੂ ਲਾਦੋ ਰੇ ਗੁਰੂ ਲਾਦੋ ਰੇ ਦਾ ਆਵਾਜ਼ਾਂ ਦੇ ਰਿਹਾ ਹੈ। ਉਸ ਭੋਰੇ ਦੇ ਇਰਦ ਗਿਰਦ ਬਹੁਤ ਵੱਡਾ ਹਜੂਮ ਇਕੱਠਾ ਹੋ ਗਿਆ। ਸੰਗਤਾਂ ਵੀ ਨੇ, ਸ਼ਰਧਾਲੂ ਵੀ ਨੇ, ਬਹੁਤ ਸਾਰੇ ਤਮਾਸ਼ਬੀਨ ਵੀ ਇਕੱਠੇ ਹੋ ਕੇ ਆ ਗਏ ਨੇ। ਲਓ ਜੀ, ਬਾਜ ਤੰਬੂ ਤੇ ਪਹਿਲਾਂ ਹੀ ਲੱਗੇ ਸਨ। ਇਹ ਹੁਣ 23ਵਾਂ ਕੌਣ ਪ੍ਰਗਟ ਹੋ ਗਿਆ। ਜਦੋਂ ਉਹ ਸਾਰੀ ਸੰਗਤ ਇਕੱਤਰ ਹੋ ਗਈ, ਮੱਖਣ ਸ਼ਾਹ ਅਟਾਰੀ ਤੋਂ ਉਤਰਿਆ, ਦੁਬਾਰਾ ਫਿਰ ਗਿਆ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਦੋਂ ਮੱਖਣ ਸ਼ਾਹ ਦੀ ਇਹ ਹਾਲਤ ਦੇਖੀ ਨਾ, ਉਹਨਾਂ ਦਾ ਹਿਰਦਾ ਵੀ ਦਰਵੀਭੂਤ ਹੋ ਗਿਆ। ਮੱਖਣ ਸ਼ਾਹ ਵੀ ਇਹ ਤਾਂ ਆਪਣੀ ਕੀ ਹਾਲਤ ਬਣਾ ਰੱਖੀ ਹੈ। ਇਹ ਮਹਾਰਾਜ ਆਪ ਦਾ ਹੀ ਵਚਨ ਹੈ ਵੀ ਜਿਹੜਾ ਸਿੱਖ ਸਾਨੂੰ ਪ੍ਰਗਟ ਕਰੇਗਾ ਉਹਦਾ ਦੋਨਾਂ ਜਹਾਨਾਂ 'ਚ ਮੂੰਹ ਕਾਲਾ ਹੋਏਗਾ। ਇਸ ਜਹਾਨ ਵਿੱਚ ਤੇ ਮੇਰੇ ਵੱਸ ਦੀ ਗੱਲ ਸੀ। ਮੈਂ ਆਪਣਾ ਮੂੰਹ ਆਪ ਹੀ ਕਾਲਾ ਕਰ ਲਿਆ ਆਪ ਦਾ ਹੀ ਵਚਨ ਪੂਰਾ ਕਰਨ ਵਾਸਤੇ। ਜੇ ਪ੍ਰਲੋਕ ਵਿੱਚ ਵੀ ਮੂੰਹ ਕਾਲਾ ਕਰਾਉਣਾ ਪਿਆ, ਮੈਂ ਉਹਦੇ ਵਾਸਤੇ ਵੀ ਤਿਆਰ ਹਾਂ। ਪਰ ਜਿਹੜੀਆਂ ਆ ਸੰਗਤਾਂ ਤਰਾ ਕਰ ਰਹੀਆਂ ਨੇ, ਸੰਗਤਾਂ ਦੀਆਂ ਕਾਰਪੇਟਾਵਾਂ, ਇਹ ਪਾਖੰਡੀ ਗੁਰੂਆਂ ਦੇ ਮਸੰਦ ਬਟੋਰ ਰਹੇ ਨੇ। ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ ਵਿਅਰਥ ਜਾ ਰਹੀ ਹੈ। ਮਹਾਰਾਜ ਮੇਰੇ ਪਾਸੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਆਪਣਾ ਅਪਮਾਨ, ਆਪਣਾ ਤਿਰਸਕਾਰ ਮੈਂ ਦੋਨਾਂ ਜਹਾਨਾਂ 'ਚ ਬਰਦਾਸ਼ਤ ਕਰ ਸਕਦਾ ਹਾਂ, ਪਰ ਸੰਗਤ ਇਹਨਾਂ ਵਿੱਚ ਤੇ ਆਪ ਰੱਬ ਵਸਦਾ ਹੈ। ਇਹਨਾਂ ਵਿੱਚ ਤੇ ਆਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਹੋ ਕੇ ਵਰਤਦਾ ਹੈ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਆਪ ਕਿਰਪਾ ਕਰੋ। ਜੋ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੈ
ਵੀ ਅੱਗੇ ਹੋਣ ਵਾਲੇ ਗੁਰੂ ਜਿਹੜੇ ਦੁਨਿਆਵੀ ਰਿਸ਼ਤੇ ਵਜੋਂ ਸਾਡੇ ਬਾਬਿਆਂ ਦੇ ਥਾਂ ਲੱਗਦੇ ਨੇ, ਉਹ ਬਕਾਲੇ ਨਗਰ ਜੋਤ ਜਗਾ ਰਹੇ ਨੇ। ਉਹ ਗੁਰੂ ਬਣ ਕੇ ਤੁਹਾਡੀ ਬਾਂਹ ਪਕੜਨਗੇ, ਸੰਗਤਾਂ ਦੀ ਸੰਭਾਲ ਕਰਨਗੇ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰੂ ਸੰਗਤ ਸਕਲ ਸੰਭਾਲੇ। ਆਪ ਸੰਗਤਾਂ ਦੀ ਬਾਂਹ ਪਕੜੋ। ਉਹ ਸਾਧ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਬਲਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਕਹਿਣ ਲੱਗੇ, ਮੱਖਣ ਸ਼ਾਹ ਜੇ ਤੂੰ ਸਾਨੂੰ ਵੈਸੇ ਹੀ ਬੇਨਤੀ ਕਰ ਦਿੰਦਾ ਨਾ, ਅਸੀਂ ਤੇਰਾ ਬਚਨ ਮੰਨ ਲੈਂਦੇ। ਤਾਂ ਆਪਣੀ ਇਹ ਹਾਲਤ ਕਿਉਂ ਬਣਾਈ ਹੈ? ਜਾਂ ਪਹਿਲਾਂ ਇਸ਼ਨਾਨ ਵਗੈਰਾ ਕਰਕੇ ਫਿਰ ਤਿਆਰੀ ਕਰ, ਅਸੀਂ ਗੁਰਤਾ ਦੀ ਪੰਡ ਚੁੱਕਣ ਵਾਸਤੇ ਤਿਆਰ ਹਾਂ। ਫਿਰ ਸਾਧ ਸੰਗਤ ਮੱਖਣ ਸ਼ਾਹ ਨੂੰ ਫਿਰ ਬੜੀ ਖੁਸ਼ੀ ਹੋਈ। ਖੁਸ਼ੀ ਦਾ ਕੋਈ ਠਿਕਾਣਾ ਨਹੀਂ। ਇਸਨੇ ਇਸ਼ਨਾਨ ਵਗੈਰਾ ਕੀਤਾ, ਤਿਆਰੀਆਂ ਸ਼ੁਰੂ ਕਰਵਾ ਦਿੱਤੀਆਂ। ਬਹੁਤ ਸਾਰੀਆਂ ਭੇਟਾਵਾਂ ਤੇ ਸਤਿਗੁਰੂ ਜੀ ਵਾਸਤੇ ਪਹਿਲਾਂ ਹੀ ਲੈ ਕੇ ਆਇਆ ਸੀ। ਇੱਕ ਬੜਾ ਕੀਮਤੀ ਖੇਮਾ ਸਜਾਇਆ ਗਿਆ, ਚੰਦੋਆ ਤਾਣਿਆ ਗਿਆ, ਸਤਿਗੁਰੂ ਜੀ ਵਾਸਤੇ ਸਿੰਘਾਸਨ ਸਜਾ ਦਿੱਤਾ। ਇਹ ਬੜਾ ਕੀਮਤੀ ਚੌਰ ਲੈ ਕੇ ਆਇਆ ਸੀ ਨਾਲ। ਰਬਾਬੀ ਬੁਲਾ ਲਏ। ਗੁਰਬਾਣੀ ਦਾ ਅੰਮ੍ਰਿਤਮਈ, ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸਕ ਕੀਰਤਨ ਸ਼ੁਰੂ ਹੋ ਗਿਆ। ਸ਼ਾਮਿਆਨੇ ਲੱਗ ਗਏ, ਦੂਰ ਦੂਰ ਤੱਕ ਫਰਸ਼ ਵਿੱਚ ਗਏ। ਸੰਗਤਾਂ ਨੂੰ ਵੀ ਪਤਾ ਲੱਗ ਗਿਆ, ਸੰਗਤਾਂ ਵੀ ਵੀਰਾਂ ਘੱਤ ਕੇ ਆਉਣ ਲੱਗ ਪਈਆਂ। ਇੱਧਰ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਾਸਤੇ ਇਸਨੇ ਨਵੀਂ ਬੜੀ ਕੀਮਤੀ ਪੁਸ਼ਾਕ ਬਣਾ ਕੇ ਲਿਆਂਦੀ ਸੀ। ਸਤਿਗੁਰੂ ਜੀ ਨੇ ਇਹਦੀ ਭਾਵਨਾ ਪੂਰੀ ਕਰਨ ਵਾਸਤੇ ਉਹ ਪੁਸ਼ਾਕ ਵੀ ਪਹਿਨ ਲਈ। ਤੋ ਆ ਗਏ ਆਪਣੇ ਦਰਬਾਰ ਦੇ ਵਿੱਚ, ਸੱਜ ਗਏ ਆਪਣੇ ਸਿੰਘਾਸਣ ਦੇ ਉੱਪਰ। ਹੁਣ ਸਾਧ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਮਾਨੋ ਸਵਰਗ ਦੇ ਰਾਜੇ ਇੰਦਰ ਦੇ ਦਰਬਾਰ ਨੂੰ ਮਾਤ ਕਰ ਰਹੀ ਹੈ। ਸੰਗਤਾਂ ਨੇ ਆਪ ਦੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣੀਆਂ ਸ਼ੁਰੂ ਕਰ ਦਿੱਤੀਆਂ। ਮਾਨੋ ਮਾਇਆ ਦਾ ਮੀਂਹ ਬਰਸਣ ਲੱਗ ਪਿਆ। ਰਾਗੀ ਸਿੰਘ ਗੁਰਬਾਣੀ ਦਾ ਅੰਮ੍ਰਿਤਮਈ ਔਰ ਪਾਪ ਨਾਸ਼ਕ ਸ਼ਾਂਤਦਾਇਕ ਕੀਰਤਨ ਕਰਨ ਲੱਗ ਪਏ। ਸੰਗਤਾਂ ਨੇ ਬਾਣੀ ਰੂਪੀ ਅੰਮ੍ਰਿਤ ਨੂੰ ਕੰਨਾਂ ਦੇ ਡੂਨਿਆਂ ਦੁਆਰਾ ਛਕਣਾ ਸ਼ੁਰੂ ਕਰ ਦਿੱਤਾ। ਹੁਣ ਜਿੱਧਰ ਕਿੱਧਰ ਵੀ ਬਕਾਲੇ ਵਿੱਚ ਜਿੱਥੇ ਹਾਹਾਕਾਰ ਮੱਚੀ ਸੀ, ਸੰਗਤਾਂ ਤਰਾ ਕਰ ਰਹੀਆਂ ਸਨ। ਹੁਣ ਚਾਰੇ ਪਾਸੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਸ, ਉਹਨਾਂ ਦੀ ਉਪਮਾ ਹੋ ਰਹੀ ਹੈ। ਜਿਹੜੇ ਪਾਖੰਡੀ ਗੁਰੂ ਸੰਗਤਾਂ ਦੀ ਮਾਇਆ ਬਟੋਰ ਰਹੇ ਸਨ, ਇੱਕ ਇੱਕ ਕਰਕੇ ਉਹਨਾਂ ਨੇ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਉੱਥੋਂ ਖਿਸਕਣਾ ਸ਼ੁਰੂ ਕਰ ਦਿੱਤਾ। ਸਿਰਫ ਧੀਰਮਲ ਰਹਿ ਗਿਆ। ਉਹ ਸੰਗਤਾਂ ਦੇ ਮਨ 'ਚ ਬੜਾ ਉਤਸ਼ਾਹ ਹੈ। ਹਾਂ, ਬੜੀ ਦੇਰ ਤੋਂ ਬਾਅਦ ਇਸ ਗੱਲ ਦਾ ਨਿਰਣਾ ਹੋਇਆ ਹੈ ਕਿ ਸਮਰੱਥ ਗੁਰੂ ਕੌਣ ਹੈ। ਉਹ ਸਮਰੱਥ ਗੁਰੂ ਦੀਆਂ ਸਿਫਤਾਂ ਹੋ ਰਹੀਆਂ ਨੇ ਹੁਣ ਬਕਾਲੇ ਨਗਰ ਦੇ ਵਿੱਚ। ਕਰਨਾ ਨਿਧ ਆਵੇ ਤਾਏ, ਕਰਨਾ ਨਿਧ ਆਵੇ ਤਾਏ, ਕਰਨਾ ਨਿਧ ਆਵੇ ਤਾਏ, ਕਰਨਾ ਨਿਧ ਆਵੇ ਤਾਏ। ਕਰਨਾ ਨਿਧ ਆਵੇ ਤਾਏ, ਕਰਨਾ ਨਿਧ ਆਵੇ, ਕਰਨਾ ਨਿਧ ਆਵੇ ਤਾਏ, ਕਰਨਾ ਨਿਧ ਆਵੇ ਤਾਏ। ਗੁਰੂ ਤੇਗ ਬਹਾਦਰ ਸਿਮਰਿਆ, ਗੁਰੂ ਤੇਗ ਬਹਾਦਰ ਸਿਮਰਿਆ। ਗੁਰੂ
ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰ ਨਾਮ ਦਿਆਵੇ ਤਾਏ, ਕਰ ਨਾਮ ਦਿਆਵੇ, ਕਰ ਨਾਮ ਦਿਆਵੇ ਤਾਏ, ਕਰ ਨਾਮ ਦਿਆਵੇ ਤਾਏ। ਗੁਰੂ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਸਾਧ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਰੋਜ਼ਾਨਾ ਸੰਗਤਾਂ ਨੂੰ ਆਪਣੇ ਦਰਸ਼ਨਾਂ ਦੁਆਰਾ ਔਰ ਉਪਦੇਸ਼ ਦੁਆਰਾ ਕਿਰਤਾਰਥ ਕਰਨਾ ਸ਼ੁਰੂ ਕਰ ਦਿੱਤਾ। ਬਾਕੀ ਦੇ ਸਾਰੇ ਜਿਤਨੇ ਗੁਰੂ ਬਣੇ ਸਨ ਉਹ ਤੇ ਆਪਣੇ ਤੰਬੂ ਪੁੱਟ ਕੇ ਉਤੋਂ ਤੁਰਦੇ ਬਣੇ, ਪਰ ਧੀਰਮਲ ਨੇ ਵਿਰੋਧਤਾ ਜਾਰੀ ਰੱਖੀ। ਇਹਦਾ ਮਸੰਦ ਸ਼ੀਹਾਂ ਇਸਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਡੇਰੇ ਉੱਪਰ ਹਮਲਾ ਵੀ ਕਰ ਦਿੱਤਾ। ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇਸਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮੱਥੇ ਦਾ ਨਿਸ਼ਾਨਾ ਲੈ ਕੇ ਗੋਲੀ ਵੀ ਚਲਾਈ, ਪਰ ਅਕਾਲ ਪੁਰਖ ਵਾਹਿਗੁਰੂ ਨੇ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰ ਲਈ। ਉਹ ਮਸਤਕ ਨੂੰ ਛੂੰਹਦੀ ਹੋਈ ਉਹ ਗੋਲੀ ਅੱਗੇ ਲੰਘ ਗਈ। ਮਾਤਾ ਨਾਨਕੀ ਜੀ ਉਸ ਦੁਸ਼ਟ ਨੂੰ ਕਹਿਣ ਲੱਗੇ ਵੀ ਇਸੇ ਚੀਜ਼ ਦੀ ਕਸਰ ਸੀ, ਤਿਲਕ ਰਹਿ ਗਿਆ ਸੀ ਲੱਗਣ ਤੋਂ ਦੁਬਾਰਾ। ਇਹ ਤਾਂ ਹੁਣ ਗੋਲੀ ਚਲਾ ਕੇ ਲਾ ਦਿੱਤਾ ਹੈ। ਸਾਧ ਸੰਗਤ ਮੱਖਣ ਸ਼ਾਹ ਹੁਣ ਤੱਕ ਤੇ ਜੋ ਕੁਝ ਉੱਥੇ ਵਾਪਰ ਰਿਹਾ ਸੀ, ਧੀਰਮਲ ਵੱਲੋਂ ਵਿਰੋਧਤਾ ਹੋ ਰਹੀ ਸੀ, ਉਸ ਨੂੰ ਬਰਦਾਸ਼ਤ ਕਰਦਾ ਰਿਹਾ। ਪਰ ਹੁਣ ਮੱਖਣ ਸ਼ਾਹ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ। ਇਹਦੇ ਪਾਸ ਇਸਦੇ ਬਹੁਤ ਸਾਰੇ ਕਰਮਚਾਰੀ ਸਨ, ਬਹੁਤ ਸਾਰੇ ਸ਼ਸਤਰਧਾਰੀ ਯੋਧੇ ਵੀ ਸਨ, ਕਿਉਂਕਿ ਇਹ ਤੇ ਸਿੱਧਾ ਹੀ ਆ ਰਿਹਾ ਸੀ ਆਪਣੇ ਕਾਰੋਬਾਰ ਤੋਂ ਫਾਰਗ ਹੋ ਕੇ, ਕਿਉਂਕਿ ਜਦੋਂ ਜਾਂਦਾ ਬਾਹਰਲੇ ਟਾਪੂਆਂ ਦੇ ਵਿੱਚ ਮਾਲ ਦਾ ਜਹਾਜ਼ ਭਰ ਕੇ, ਇਹਦੇ ਨਾਲ ਬਹੁਤ ਸਾਰੇ ਸਿਪਾਹੀ ਹੁੰਦੇ, ਉਹਨਾਂ ਦੇ ਪਾਸ ਸ਼ਸਤਰ ਵੀ ਹੁੰਦੇ, ਕਿਉਂਕਿ ਰਸਤੇ ਦੇ ਵਿੱਚ ਇਸ ਗੱਲ ਦਾ ਵੀ ਹਮੇਸ਼ਾ ਖੌਫ ਡਰ ਰਹਿੰਦਾ ਵੀ ਕਿਤੇ ਸਮੁੰਦਰੀ ਡਾਕੂ ਉਹਨਾਂ ਨਾਲ ਸਾਹਮਣਾ ਨਾ ਹੋ ਜਾਵੇ। ਇਸ ਕਰਕੇ ਜਿਹੜੇ ਵੱਡੇ ਵੱਡੇ ਵਪਾਰੀ ਹੁੰਦੇ ਸਨ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਪਾਸ ਇਸ ਤਰ੍ਹਾਂ ਦੀ ਛੋਟੀ ਜਿਹੀ ਟੁਕੜੀ ਯੋਧਿਆਂ ਦੀ ਹਮੇਸ਼ਾ ਹੀ ਰਿਹਾ ਕਰਦੀ। ਇਹਦੇ ਨਾਲ ਵੀ ਸ਼ਾਸਤਰਧਾਰੀ ਯੋਧੇ ਮੌਜੂਦ ਸਨ। ਉਹ ਸਾਧ ਸੰਗਤ ਮੱਖਣ ਸ਼ਾਹ ਨੇ ਧੀਰਮਲ ਦੇ ਡੇਰੇ 'ਤੇ ਹਮਲਾ ਬੋਲ ਦਿੱਤਾ। ਜਿਹੜੀਆਂ ਸੰਗਤਾਂ ਦੀਆਂ ਕਾਰਪੇਟਾਵਾਂ ਉਹ ਸ਼ੀਹਾ ਮਸੰਦ ਲੁੱਟ ਕੇ ਲੈ ਗਿਆ ਸੀ, ਉਹ ਸਭ ਕੁਝ ਵਾਪਸ ਮੋੜ ਲਿਆਂਦਾ। ਮਸੰਦ ਨੂੰ ਮੁਸ਼ਕਾਂ ਦੇ ਦਿੱਤੀਆਂ, ਉਸ ਨੂੰ ਲਿਆ ਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਹਵਾਲੇ ਕਰ ਦਿੱਤਾ। ਧੀਰਮਲ ਨੂੰ ਵੀ ਪਕੜ ਲਿਆ, ਬਲਕਿ ਮੱਖਣ ਸ਼ਾਹ ਨੇ ਜਿਹੜੀ ਉਹਦੇ ਪਾਸ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਸੀ, ਉਹਨੂੰ ਕਹਿਣ ਲੱਗਿਆ ਵੀ ਤੂੰ ਤੇ ਇਹਦਾ ਵਾਰਸ ਨਹੀਂ, ਤੂੰ ਤੇ ਅਧਿਕਾਰੀ ਨਹੀਂ। ਜਿਹੜੇ ਗੁਰਤਾ ਗੱਦੀ ਉੱਪਰ ਸੁਸ਼ੋਭਤ ਨੇ ਤੇ ਉਹਨਾਂ ਦੀ ਅਮਾਨਤ ਹੈ। ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹ ਸਰੂਪ ਵੀ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕਰਵਾਇਆ ਸੀ, ਉਹ ਬੀੜ ਵੀ ਬੜੇ ਅਦਬ ਸਤਿਕਾਰ ਦੇ ਨਾਲ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਡੇਰੇ ਲੈ ਆਂਦੀ। ਪਰ ਸਾਧ ਸੰਗਤ ਧਰਤੀ ਜੈਸੀ ਜਿਹੜੀ ਖਿਮਾ, ਧਰਤੀ ਜੈਸਾ ਧੀਰਜ ਰੱਖਣ ਵਾਲੇ
ਦੇਖੋ ਜਿਹੜੀ ਧੀਰਜਵਾਨ ਦੀ ਪਰਿਭਾਸ਼ਾ ਦਿੱਤੀ ਹੈ ਨਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਇਹ ਗੱਲਾਂ ਸਿਰਫ ਕਹਿਣ ਮਾਤਰ ਦੀਆਂ ਨਹੀਂ ਹੋਇਆ ਕਰਦੀਆਂ। ਇਹ ਹਕੀਕਤ ਹੈ। ਗੁਰਮੁਖਾਂ ਦੇ, ਸਤਿਪੁਰਸ਼ਾਂ ਦੇ, ਗੁਰੂ ਪੀਰਾਂ ਦੇ ਜੀਵਨ ਦੇ ਵਿੱਚ ਇਹ ਖੇਡ ਵਰਤਦੀ ਦੇਖੀ ਗਈ ਹੈ। ਬੜੀਆਂ ਉਦਾਹਰਨਾਂ, ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਹੁਣ ਆਪਾਂ ਇਸੇ ਮਿਸਾਲ ਦੀ ਬਾਬਤ ਗੱਲ ਕਰੀਏ। ਸਹਿਨਸ਼ੀਲ ਸੰਤੰ ਸੰਮਿਤ੍ਰਸ ਦੁਰਜਨੈ, ਨਾਨਕ ਭੋਜ ਨਾਨਕ ਪ੍ਰਕਾਰ ਏਣ ਨਿੰਦਕ ਆਬਦ ਹੋਏ ਉਪਤਿਸ਼ਟ ਤੇ। ਜਿਨ੍ਹਾਂ ਦਾ ਸਾਧੂ ਸੁਭਾਅ ਹੁੰਦਾ ਹੈ ਨਾ, ਉਹਨਾਂ ਦਾ ਧੀਰਜ, ਉਹਨਾਂ ਦੀ ਸਹਿਨਸ਼ੀਲਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਦ੍ਰਿਸ਼ਟਾਂਤ ਦੁਆਰਾ ਇੱਥੇ ਬਿਆਨ ਕਰ ਰਹੇ ਨੇ ਵੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਮਿੱਤਰ ਵੀ ਦੁਸ਼ਮਣ ਵੀ ਸਮਾਨ ਹੀ ਹੁੰਦੇ ਨੇ। ਉਹਨਾਂ ਦੀ ਦ੍ਰਿਸ਼ਟੀ ਦੋਨਾਂ ਵੱਲ ਸਮ ਹੀ ਹੋਇਆ ਕਰਦੀ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਉਹ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਹੀ ਨਹੀਂ, ਸਾਰਿਆਂ ਨੂੰ ਆਪਣਾ ਮਿੱਤਰ ਹੀ ਸਮਝਦੇ ਨੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾਹੀ ਬਿਗਾਨਾ, ਸਗਲ ਸੰਗ ਹਮਕੋ ਬਨੇ ਆਈ। ਸਾਧ ਸੰਗਤ ਬੁਰਿਆਂ ਨਾਲ ਬੁਰਾਈ ਕਰਨਾ ਹਰ ਕੋਈ ਜਾਣਦਾ ਹੈ। ਆਪਾਂ ਸੰਸਾਰ 'ਤੇ ਦੇਖਦੇ ਹਾਂ, ਇੱਕ ਨੇ ਬੁਰਾਈ ਕੀਤੀ, ਬਦਲੇ ਵਿੱਚ ਦੂਸਰੇ ਨੇ ਉਹਦੇ ਨਾਲ ਉਸ ਤੋਂ ਵੀ ਵੱਡੀ ਬੁਰਾਈ ਕਰ ਦਿੱਤੀ। ਇਹ ਸਿਲਸਿਲਾ ਤੇ ਚੱਲ ਹੀ ਰਿਹਾ ਨਾ ਦੁਨੀਆ 'ਤੇ। ਬੁਰਿਆਂ ਨਾਲ ਬੁਰਾਈ ਕਰਨੀ ਹਰ ਕੋਈ ਜਾਣਦਾ ਹੈ, ਪਰ ਕਈ ਸਮਝਦਾਰ ਸਿਆਣੇ ਅਕਲਮੰਦ ਉਹ ਮਾਫ਼ ਕਰ ਦਿੰਦੇ ਨੇ, ਖਿਮਾ ਕਰ ਦਿੰਦੇ ਨੇ। ਪਰ ਅੱਗੇ ਬੁਰਿਆਂ ਦੇ ਨਾਲ ਨੇਕੀ ਕਰਨੀ, ਉਹਨਾਂ ਦਾ ਵੀ ਭਲਾ ਲੋਚਣਾ, ਉਹ ਸਾਧ ਸੰਗਤ ਇਹ ਹਰ ਕਿਸੇ ਦਾ ਕੰਮ ਨਹੀਂ। ਇਹ ਇਹੋ ਜਿਹੇ ਮਹਾਂਪੁਰਸ਼ਾਂ ਦਾ, ਸਾਹਿਬ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੈਸੀਆਂ ਹਸਤੀਆਂ ਦਾ ਕੰਮ ਹੈ। ਬੁਰਿਆਂ ਨਾਲ ਬੁਰਾਈ ਕਰਨੀ, ਮੁਆਫ ਕਰਨ। ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਗੁਰੂ ਨਾਨਕ ਦੀ 9ਵੀਂ ਜੋਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਾਣਦੇ ਨੇ ਕਿ ਕਿਵੇਂ ਬੁਰਿਆਂ ਨੂੰ ਖਿਮਾ ਕਰਨਾ ਹੈ, ਕਿਵੇਂ ਉਹਨਾਂ ਦਾ ਵੀ ਭਲਾ ਕਰਨਾ ਹੈ। ਸੰਤ ਕਰੇ ਨਹਿ ਵੈਰ ਕਾਹੂ, ਸਭ ਕੇ ਹਿਤ ਮੈਂ ਵਰਤੈ ਅਤ ਹੀ। ਸਾਰ ਕੁਤਾਵਲੀ ਦਾ ਕਰਤਾ ਉਹ ਇੱਥੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦੇ ਰਿਹਾ ਹੈ। ਪੰਡਿਤ ਹਰਦਿਆਲ ਜੀ, ਉਹਨਾਂ ਨੇ ਸੰਸਕ੍ਰਿਤ ਦੇ ਇੱਕ ਬੜੇ ਪੁਰਾਤਨ ਗ੍ਰੰਥ ਦਾ, ਜਿਸ ਨੂੰ ਸਾਰੀਆਂ ਧਾਰਮਿਕ ਪੁਸਤਕਾਂ ਦਾ ਸਾਰ ਮੰਨਿਆ ਜਾਂਦਾ ਹੈ, ਜਿਹੜਾ ਇਹਦਾ ਲਫ਼ਜ਼ੀ ਅਰਥ ਹੈ ਸਾਰ ਕੁਤਾਬਲੀ, ਇਹ ਸੈਲਫ ਐਕਸਪਲੇਨੇਟਰੀ ਹੈ। ਸਾਰ ਤੋਂ ਭਾਵ ਤੱਤ ਸਾਰ, ਨਿਚੋੜ। ਕੁਤਾਬਲੀ ਕਿਤਾਬਾਂ ਦਾ, ਧਾਰਮਿਕ ਕਿਤਾਬਾਂ ਦਾ, ਧਾਰਮਿਕ ਗ੍ਰੰਥਾਂ ਦਾ ਨਿਚੋੜ। ਉਹ ਗ੍ਰੰਥ ਲਿਖਿਆ ਕਿਸੇ ਵਿਦਵਾਨ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ, ਔਰ ਉਸ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕੀਤਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਸਿੱਖ ਹੋਇਆ, ਭਾਈ ਬੇਣੀ ਪੰਡਿਤ। ਪੰਡਿਤ ਬੇਣੀ ਦੇ ਖਾਨਦਾਨ ਵਿੱਚੋਂ ਹੋਏ ਨੇ ਪੰਡਿਤ ਹਰਦਿਆਲ ਜੀ। ਉਹਨਾਂ ਨੇ ਉਸ ਸਾਰ ਕੁਤਾਵਲੀ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ, ਤਰਜਮਾ ਕੀਤਾ। ਹਾਂ, ਇਹ ਉਹਦਾ ਸਵਈਆ ਹੈ। ਇਹ ਸਾਰ ਕੁਤਾਵਲੀ ਦੀ ਰਚਨਾ ਹੈ। ਸੰਤ ਕਰੇ ਨਹਿ ਵੈਰ ਕਾਹੂ, ਸਭ ਕੇ ਹਿਤ ਮੈਂ ਵਰਤੈ ਅਤ ਹੀ। ਉਹ ਕਿਸੇ ਨਾਲ ਵੈਰ ਕਰਦੇ ਹੀ ਨਹੀਂ, ਬਲਕਿ ਸਾਰਿਆਂ ਦਾ ਹਿੱਤ, ਸਭਨਾਂ ਦਾ ਭਲਾ ਹੀ ਲੋਚਦੇ ਨੇ। ਇਹੋ ਹੀ ਆ ਨਾ ਗੁਰੂ ਨਾਨਕ ਦੇ ਘਰ ਦੀ ਰਹੋ ਰੀਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲੇ। ਇਹ ਦ੍ਰਿਸ਼ਟਾਂਤ ਦੇ ਰਹੇ ਨੇ ਹਰਦਿਆਲ ਜੀ, ਜਾਂ ਜਿਹੜੇ ਸਾਰ ਕੁਤਾਵਲੀ ਦਾ ਮੂਲ ਕਰਤਾ ਹੈ, ਜਿਸ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਗ੍ਰੰਥ ਲਿਖਿਆ। ਜੈਸੇ ਕੁਠਾਰ ਕੱਟੈ ਤਰ ਚੰਦਨ, ਕੁਠਾਰ ਨਾਮ ਕੁਹਾੜੇ ਦਾ ਹੈ, ਤਰ ਨਾਮ ਬਿਰਛ ਦਾ ਹੈ, ਚੰਦਨ ਦਾ ਬਿਰਛ, ਜਿਸ ਤਰ੍ਹਾਂ ਉਸਨੂੰ ਕੁਹਾੜਾ ਕੱਟਦਾ ਹੈ। ਦੇਖੋ, ਜਿਹੜੇ ਚੰਦਨ ਦੀ ਸੀਤਲਤਾ ਜਾਂ ਚੰਦਨ ਦੀ ਖਸਲਤ ਹੈ, ਉਹਦਾ ਸੁਭਾਅ, ਉਹਦੀ ਸਿਫਤ ਕਿ ਵੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਓਏ ਭੀ ਚੰਦਨ ਹੋਏ ਰਹੇ ਬਸੇ, ਜੋ ਚੰਦਨ ਪਾਸ।
ਚੰਦਨ ਦੇ ਆਸ-ਪਾਸ ਜਿਤਨੀ ਵਨਸਪਤੀ ਹੁੰਦੀ ਹੈ ਉਹ ਸਾਰੀ ਸੁਗੰਧਿਤ ਹੋ ਜਾਂਦੀ ਹੈ। ਉਹ ਸਾਰੀ ਵਨਸਪਤੀ ਦੇ ਵਿੱਚੋਂ ਭਾਵੇਂ ਕੋਈ ਨਿੰਮ ਦਾ ਕੌੜੇ ਪੱਤਿਆਂ ਵਾਲਾ ਬਿਰਛ ਵੀ ਕਿਉਂ ਨਾ ਹੋਵੇ, ਚੰਦਨ ਦੀ ਸੰਗਤ ਕਰਕੇ, ਚੰਦਨ ਦੇ ਪਾਸ ਰਹਿ ਕੇ ਉਹ ਵੀ ਚੰਦਨ ਹੀ ਬਣ ਜਾਂਦਾ। ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਹੀ ਆਉਂਦੀ ਹੈ। ਢੱਕਪੜਾ ਦੇ ਦਰਖਤ ਚੰਦਨ ਦੀ ਸੰਗਤ ਕਰਕੇ ਉਹ ਵੀ ਚੰਦਨ ਹੀ ਬਣ ਜਾਂਦੇ ਨੇ। ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਚੰਦਨ ਦੀ ਖਸਰਤ ਜਾਂ ਚੰਦਨ ਦਾ ਸੁਭਾਅ ਉਹ ਕੀ ਹੈ? ਦੂਸਰਿਆਂ ਨੂੰ ਸੁਗੰਧੀ ਦੇਣੀ। ਚੰਦਨ ਤੇ ਉਸ ਕੁਹਾੜੇ ਨਾਲ ਵੀ ਵਿਤਕਰਾ ਨਹੀਂ ਕਰਦਾ ਜਿਹੜਾ ਕੁਹਾੜਾ ਚੰਦਨ ਨੂੰ ਕੱਟਦਾ ਹੈ। ਜੈਸੇ ਕੁਠਾਰ ਕੱਟੈ ਤਰ ਚੰਦਨ, ਗੰਧ ਤਿਸੈ ਮੁਖ ਦੇਵ ਧੀ। ਜਿਹੜਾ ਕੁਹਾੜਾ ਚੰਦਨ ਨੂੰ ਕੱਟਦਾ ਹੈ, ਉਸ ਕੁਹਾੜੇ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਜੈਸੇ ਕੁਠਾਰ ਕੱਟੈ ਤਰ ਚੰਦਨ, ਗੰਧ ਤਿਸੈ ਮੁਖ ਦੇਵ ਧੀ। ਹੇਤ ਇਹੀ ਸਰਬਾਤਮ ਹੇਰਤ, ਤਾਂ ਪਦ ਕੰਜ ਨਮੋ ਨਿਤ ਹੀ। ਕਾਰਨ ਇਹੋ ਹੀ ਹੈ ਕਿ ਉਹ ਸਾਰਿਆਂ ਵਿੱਚ ਆਪਣਾ ਹੀ ਆਪਾ ਦੇਖਦੇ ਨੇ, ਕਿਸੇ ਨੂੰ ਪਰਾਇਆ ਸਮਝਦੇ ਹੀ ਨਹੀਂ। ਉਹ ਸਾਰ ਕੁਤਾਵਲੀ ਦਾ ਕਰਤਾ ਕਹਿੰਦਾ ਕਿ ਇਹੋ ਜਿਹੇ ਸਾਧੂਆਂ ਦੇ, ਇਹੋ ਜਿਹੇ ਸਤਪੁਰਸ਼ਾਂ ਦੇ, ਇਹੋ ਜਿਹੇ ਗੁਰੂ ਪੀਰਾਂ ਦੇ ਚਰਨਾਂ ਪਰ ਮੇਰੀ ਨਮਸਕਾਰ ਹੈ। ਤਾਂ ਪਦ ਕੰਜ ਨਮੋ ਨਿਤ ਹੀ। ਉਹਨਾਂ ਦੇ ਕਮਲ ਸਮਾਨ ਚਰਨਾਂ ਦੇ ਉੱਪਰ ਮੇਰੀ ਨਮਸਕਾਰ ਹੈ, ਪ੍ਰਣਾਮ ਹੈ ਉਹਨਾਂ ਨੂੰ। ਤਾਂ ਤੇ ਧਿਆਨ ਦਿਓ, ਇੱਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦ੍ਰਿਸ਼ਟਾਂਤ ਦੇ ਰਹੇ ਨੇ। ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ। ਮਿੱਤਰ ਵੀ ਔਰ ਦੁਸ਼ਮਣ ਵੀ ਉਹਨਾਂ ਵਾਸਤੇ ਸਮਾਨ ਹੀ ਨੇ। ਉਹਨਾਂ ਦਾ ਉਪਦੇਸ਼ ਸਾਰਿਆਂ ਵਾਸਤੇ ਉਪਦੇਸ਼ੰ ਸਮ ਮਿੱਤਰ ਸਤਰਹਿ, ਭਗਵੰਤ ਭਗਤ ਭਾਵਨੀ। ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ, ਨਾਨਕ ਭੋਜ ਨਾਨਕ ਪ੍ਰਕਾਰੇਣ, ਨਿੰਦਕ ਆਬਦ ਹੋਏ ਉਪਦਿਸ਼ਟ ਤੇ। ਇਹ ਦ੍ਰਿਸ਼ਟਾਂਤ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਇੱਕ ਪਾਸੇ ਖੜਾ ਹੋਵੇ ਉਹਨਾਂ ਦਾ ਕੋਈ ਸ਼ਰਧਾਲੂ, ਉਹਨਾਂ ਦਾ ਸੇਵਕ, ਹੱਥ ਵਿੱਚ ਥਾਲ ਪਕੜਿਆ ਹੋਵੇ, 36 ਪ੍ਰਕਾਰ ਦੇ ਖੱਟ-ਰਸ ਭੋਜਨ ਪਰੋਸੇ ਹੋਣ, ਮੱਖਣ ਸ਼ਾਹ ਵਰਗਾ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੇਵਕ, ਉਹਨਾਂ ਦਾ ਅਨਨ, ਉਹਨਾਂ ਦਾ ਪਿਆਰਾ। ਇੱਕ ਪਾਸੇ ਤੇ ਐਸਾ ਸੇਵਕ ਖੜਾ ਹੋਵੇ ਸ਼ਰਧਾਲੂ, ਦੂਜੇ ਪਾਸੇ ਖੜਾ ਹੋਵੇ ਉਹਨਾਂ ਦਾ ਕੋਈ ਦੁਸ਼ਮਣ, ਸ਼ਸਤਰ ਲੈ ਕੇ, ਹੱਥ ਵਿੱਚ ਤਲਵਾਰ ਪਕੜੀ ਹੋਵੇ, ਬੰਦੂਕ ਚੁੱਕੀ ਹੋਵੇ, ਜਿਸ ਤਰ੍ਹਾਂ ਸ਼ੀਹੇ ਨੇ ਚੁੱਕ ਰੱਖੀ ਸੀ। ਹਾਂ, ਉਹਨਾਂ ਦੀ ਦ੍ਰਿਸ਼ਟੀ ਆਪਣੇ ਸ਼ਰਧਾਲੂ ਸੇਵਕ ਵੱਲ ਵੀ ਔਰ ਆਪਣੇ ਉਸ ਦੁਸ਼ਮਣ ਵੱਲ ਵੀ। ਉਹ ਤਾਂ ਕਿਸੇ ਨੂੰ ਦੁਸ਼ਮਣ ਸਮਝਦੇ ਨਹੀਂ, ਪਰ ਜਿਹੜਾ ਦੁਸ਼ਮਣ ਭਾਵਨਾ ਦੇ ਨਾਲ ਉਹਨਾਂ ਦੇ ਪਾਸ ਆਇਆ ਹੈ, ਉਹਦੇ ਵੱਲ ਵੀ ਉਹਨਾਂ ਦੀ ਦ੍ਰਿਸ਼ਟੀ ਸਮ ਹੀ ਹੋਇਆ ਕਰਦੀ ਹੈ। ਨਾਨਕ ਭੋਜਨ ਅਨਕ ਪ੍ਰਕਾਰੇਣ, ਨਿੰਦਕ ਆਬਦ ਹੋਏ ਉਪਤਿਸ਼ਟ ਤੇ। ਸਾਰ ਸੰਗ ਦੱਸੋ, ਇਹ ਗੱਲਾਂ ਐਵੇਂ ਕਾਲਪਨਿਕ ਨੇ, ਇਹ ਗੱਲਾਂ ਸਿਰਫ ਕਹਿਣ ਮਾਤਰ ਦੀਆਂ ਨੇ। ਸਾਰ ਸੰਗਤ ਹਕੀਕਤ ਹੈ। ਮਹਾਂਪੁਰਖਾਂ ਦੇ, ਸਤਪੁਰਸ਼ਾਂ, ਗੁਰੂ ਪੀਰਾਂ ਦੇ ਜੀਵਨ ਵਿੱਚ ਐਸੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ। ਨਾ ਦਿਸੇ ਬਿਗਾਨਾ ਨੀ, ਨਾ ਕੋ ਵੈਰੀ, ਨਾ ਕੋ ਵੈਰੀ। ਨਾ ਦਿਸੇ ਬਿਗਾਨਾ ਨੀ, ਨਾ ਕੋ ਵੈਰੀ, ਨਾ ਕੋ ਵੈਰੀ। ਨਾਦ ਸੇ ਬਿਗਾਨਾ ਨੀ, ਨਾ ਕੋ ਵੈਰੀ, ਨਾ ਕੋ। ਨਾਦ ਸੇ ਬਿਗਾਨਾ ਨੀ, ਨਾ ਕੋ ਵੈਰੀ, ਨਾ ਕੋ ਵੈਰੀ।
ਬਾਦ ਸੇ ਬਗਵਾਨਾ ਨੀ ਨਾ ਕੋ ਵੈਰੀ ਨਾ ਕੋ ਬਾਦ ਸੇ ਬਗਵਾਨਾ ਨੀ ਨਾ ਕੋ ਵੈਰੀ ਨਾ ਕੋ ਵੈਰੀ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੱਖਣ ਸ਼ਾਹ ਨੂੰ ਕਹਿਣ ਲੱਗੇ ਵੀ ਪਹਿਲਾਂ ਤੇਰੀਆਂ ਮੁਸ਼ਕਾਂ ਖੋਲ ਦੇ ਸੀਹੇ ਮਸੰਦ ਦੀਆਂ। ਉਹਨੂੰ ਛੱਡ ਦਿੱਤਾ। ਫਿਰ ਵਚਨ ਕੀਤਾ ਵੀ ਜੋ ਕੁਝ ਤੂੰ ਧੀਰਮਲ ਦੇ ਡੇਰੇ ਵਿੱਚੋਂ ਚੁੱਕ ਕੇ ਲਿਆਇਆ ਨਾ ਵਾਪਸ, ਇਹ ਸਾਰਾ ਸਾਜ਼ੋ ਸਾਮਾਨ ਮੁੜ ਕੇ ਇਹਦੇ ਡੇਰੇ ਵਿੱਚ ਪਹੁੰਚਾ ਦੇ। ਦੇਖੋ ਸਾਧ ਸੰਗਤ ਜਿਹੜੇ ਪਾਖੰਡੀ ਉਹ ਤੇ ਇਹਨਾਂ ਕਾਰ ਭੇਟਾਵਾਂ ਵਾਸਤੇ ਅਨਰਥ ਕਰ ਰਹੇ ਸਨ ਨਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਾਲਾਂਕਿ ਸਾਰੀਆਂ ਸੰਗਤਾਂ ਨੇ ਭੇਟਾਵਾਂ ਉਹਨਾਂ ਨੂੰ ਦਿਆ ਕੇ ਅਰਪਣ ਕੀਤੀਆਂ ਨੇ, ਪਰ ਇਸ ਗੱਲ ਨੂੰ ਮੁੱਦੇ ਨਜ਼ਰ ਰੱਖ ਕੇ ਕਿ ਕੱਲ੍ਹ ਨੂੰ ਕਿਤੇ ਸੰਸਾਰ ਦੇ ਸਾਹਮਣੇ ਇਹ ਮਿਸਾਲ ਨਾ ਚਲੀ ਜਾਵੇ ਕਿ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਭੇਜ ਕੇ ਧੀਰਮਲ ਦਾ ਡੇਰਾ ਲੁੱਟ ਲਿਆ। ਫਿਰ ਅੱਗੇ ਸੰਗਤਾਂ ਪਾਸ ਕੀ ਸੰਦੇਸ਼ ਜਾਏਗਾ ਵੀ ਜਿਹਦੀ ਲਾਠੀ ਉਹਦੀ ਮੱਝ। ਉਹ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹ ਸਾਰੀ ਸਮੱਗਰੀ, ਉਹ ਸਾਰੀ ਮਾਇਆ, ਉਹ ਸਾਰੀਆਂ ਭੇਟਾਵਾਂ ਵਾਪਸ ਧੀਰਮਲ ਨੂੰ ਮੋੜ ਦਿੱਤੀਆਂ। ਧੀਰਮਲ ਨੂੰ ਵੀ ਛੱਡ ਦਿੱਤਾ। ਜਿਸ ਸ਼ੀਹੇ ਮਸੰਦ ਨੇ ਗੁਰੂ ਜੀ ਦੇ ਉੱਪਰ ਗੋਲੀ ਦਾ ਨਿਸ਼ਾਨਾ ਬਣਾ ਕੇ ਵਾਰ ਕੀਤਾ ਸੀ ਨਾ, ਉਸ ਮਸੰਦ ਦੀਆਂ ਮੁਸ਼ਕਾਂ ਵੀ ਖੁਲਵਾ ਦਿੱਤੀਆਂ, ਉਹਨੂੰ ਵੀ ਬਖਸ਼ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਫਿਰ ਉੱਥੇ ਜ਼ਿਆਦਾ ਦੇਰ ਤੱਕ ਰੁਕਣਾ ਮੁਨਾਸਬ ਨਾ ਸਮਝਿਆ। ਉੱਥੋਂ ਆਪਣਾ ਡੇਰਾ ਕੂਚ ਕਰਨ ਦੀ ਤਿਆਰੀ ਕਰ ਲਈ। ਹੁਣ ਮੱਖਣ ਸ਼ਾਹ ਨੂੰ ਵੀ ਆਏ ਨੂੰ ਕਾਫੀ ਦਿਨ ਹੋ ਗਏ ਸਨ, ਇਹਨੇ ਵੀ ਖੁਸ਼ੀ ਲੈਣੀ ਹੈ। ਪਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਸਨੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਆਪ ਦੀ ਆਗਿਆ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਨੂੰ ਬਹੁਤ ਦੇਰ ਹੋ ਗਈ ਹੈ। ਜੇਕਰ ਆਪ ਵੀ ਸੰਗਤਾਂ ਦੇ ਨਾਲ ਚੱਲੋ, ਇਸ ਬਹਾਨੇ ਆਪ ਦੇ ਦਰਸ਼ਨ ਸੰਗਤ ਵੀ ਹੁੰਦੀ ਰਹੇਗੀ, ਔਰ ਨਾਲ ਡਿੱਠੇ ਸਭੇ ਥਾਂ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਆ, ਨਾਨਕ ਕਸਮਲ ਜਾਏ ਨਹਾਇਐ ਰਾਮਦਾਸ ਸਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਹੋ ਜਾਣਗੇ। ਉਹ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੱਖਣ ਸ਼ਾਹ ਦੀ ਬੇਨਤੀ ਪ੍ਰਵਾਨ ਕਰ ਲਈ। ਉੱਥੋਂ ਸ੍ਰੀ ਅਨੰਦਪੁਰ ਸਾਹਿਬ ਬਲਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਪਣਾ ਡੇਰਾ ਕੂਚ ਕਰ ਦਿੱਤਾ। ਔਰ ਜਦੋਂ ਅੰਮ੍ਰਿਤਸਰ ਦੇ ਮਸੰਦਾਂ ਨੂੰ ਪਤਾ ਲੱਗਿਆ ਵੀ ਪਹਿਲਾਂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇੱਥੇ ਆਏ, ਉਹਨਾਂ ਨੇ 6 ਮਹੀਨੇ ਡੇਰਾ ਰੱਖਿਆ। ਹੁਣ ਇਹ ਆ ਗਏ ਨੇ, ਪਤਾ ਨਹੀਂ ਕਿੰਨਾ ਕੁ ਸਮਾਂ ਇੱਥੇ ਆਪਣਾ ਡੇਰਾ ਰੱਖਣਗੇ। ਸਾਡੀ ਤੇ ਇਹ ਪੂਜਾ ਪ੍ਰਤਿਸ਼ਠਾ ਦਾ ਸਾਧਨ ਹੈ। ਉਹ ਸਾਧ ਸੰਗਤ ਉਹਨਾਂ ਗੁਰੂ ਦੋਖੀਆਂ ਨੇ ਦਰਸ਼ਨੀ ਡਿਊਟੀ ਦੇ ਕਿਵਾੜ ਹੀ ਬੰਦ ਕਰ ਦਿੱਤੇ, ਜਿੰਦਰੇ ਲਾ ਕੇ ਦੌੜ ਗਏ। ਹੁਣ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਜਾਣਦੇ ਹੀ ਸਨ ਉਹਨਾਂ ਦੀ ਕਰਤੂਤ ਨੂੰ। ਕਹਿਣ ਲੱਗੇ, ਤ੍ਰਿਸ਼ਨਾਲੂ ਨੇ ਮਸੰਦ, ਲੋਭ ਦੀ ਅੱਗ ਵਿੱਚ ਸੜ ਰਹੇ ਨੇ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਕੀ ਵਚਨ ਕੀਤਾ ਉਹਨਾਂ ਦੀ ਬਾਬਤ? ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਉਹਨਾਂ ਮਸੰਦਾਂ ਨੂੰ ਸ਼ਰਾਪ ਦਿੱਤਾ ਸੀ, ਨਾ ਕਿ ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ। ਜੇ ਸਾਰੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਸ਼ਰਾਪ ਦਿੱਤਾ ਹੁੰਦਾ ਤੇ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹਿਰ ਤੋਂ ਬਾਹਰ ਆ ਗਏ, ਇੱਕ ਥਾਂ 'ਤੇ ਡੇਰਾ ਕੀਤਾ, ਅੰਮ੍ਰਿਤਸਰ ਦੀਆਂ
ਬੀਬੀਆਂ ਪਹੁੰਚ ਗਈਆਂ, ਮਹਾਰਾਜ ਸਾਡੇ ਪਾਸੋਂ ਕੀ ਅਵੱਗਿਆ ਹੋ ਗਈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਤੇ ਕੋਈ ਇਸ ਤਰ੍ਹਾਂ ਦਾ ਵਚਨ ਨਹੀਂ ਕੀਤਾ। ਮਹਾਰਾਜ ਸਾਨੂੰ ਪਤਾ ਲੱਗਿਆ ਤੁਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਰਾਪ ਦੇ ਦਿੱਤਾ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ, ਨਾ ਕਿਸੇ ਨੂੰ ਵਰ ਦਿੱਤਾ ਹੈ, ਇਹ ਤੇ ਆਪਣੇ ਕੀਤੇ ਕਰਮ ਨੇ। ਸਾਧ ਸੰਗਤ ਜਿਵੇਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਨ ਕੀਤਾ ਨਾ, ਸੰਤ ਨੂੰ ਦੁੱਖ ਪਾਏ ਤੇ ਦੁਖੀ, ਉਹ ਨਾ ਕਿਸੇ ਨੂੰ ਵਰ ਦਿੰਦੇ ਨੇ ਨਾ ਸ਼ਰਾਪ ਦਿੰਦੇ ਨੇ। ਜਿਹੜੇ ਉਹਨਾਂ ਨੂੰ ਦੁੱਖ ਦੇਣ ਵਾਲੇ ਉਹਨਾਂ ਨੂੰ ਦੁੱਖ ਮਿਲ ਜਾਂਦਾ ਹੈ, ਸੁੱਖ ਦੇਣ ਵਾਲਿਆਂ ਨੂੰ ਸੁੱਖ ਮਿਲ ਜਾਂਦਾ ਹੈ। ਸੁੱਖ ਪਾਏ ਸਾਧਨ ਕੇ ਸੁਖੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ, ਇਹ ਤੇ ਉਹਨਾਂ ਦੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਉਹਨਾਂ ਦੇ ਅੰਦਰ ਹੈ ਤ੍ਰਿਸ਼ਨਾ, ਮਸੰਦਾਂ ਦੇ ਹਿਰਦੇ ਅੰਦਰ ਉਹ ਲੋਭ ਲਹਿਰ, ਲੋਭ ਦੀ ਅੱਗ ਦੇ ਵਿੱਚ ਸੜ ਰਹੇ ਨੇ। ਇਹ ਕੋਈ ਸ਼ਰਾਪ ਨਹੀਂ ਹੈ, ਤੇ ਅਸੀਂ ਤੇ ਉਹਨਾਂ ਦੇ ਮਨ ਦੀ ਦਸ਼ਾ ਹੀ ਬਿਆਨ ਕੀਤੀ ਹੈ। ਖੈਰ ਉਹਨਾਂ ਨੇ ਬੜੀ ਸ਼ਰਧਾ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ, ਔਰ ਉਹਨਾਂ ਦੀ ਬਾਬਤ ਵੀ ਫਿਰ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵਚਨ ਕੀਤਾ, ਮਾਈਆਂ ਰੱਬ ਰਜ਼ਾਈਆਂ, ਵੀ ਇਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੀਆਂ ਨੇ, ਭਾਣਾ ਮੰਨਣ ਵਾਲੀਆਂ ਨੇ, ਗੁਰਮਤਿ ਨੂੰ ਧਾਰਨ ਕਰਨ ਵਾਲੀਆਂ ਹਨ। ਉਹਨਾਂ ਨੂੰ ਵਡਿਆਈ ਦਿੱਤੀ। ਫਿਰ ਸਾਧ ਸੰਗਤ ਉੱਥੋਂ ਫਿਰ ਮੱਖਣ ਸ਼ਾਹ ਨੇ ਸਤਿਗੁਰੂ ਜੀ ਦੇ ਪਾਸੋਂ ਆਗਿਆ ਲਈ, ਇਹਦੇ ਆਪਣੇ ਕਰਮਚਾਰੀਆਂ ਜਾਂ ਆਪਣੇ ਕਾਫਲੇ ਸਮੇਤ ਉੱਥੋਂ ਵਾਪਸ ਪਰਤ ਗਿਆ ਜੰਮੂ ਦੇ ਇਲਾਕੇ ਵੱਲ ਨੂੰ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਫਿਰ ਉੱਥੋਂ ਮਾਲਵੇ ਦੇਸ਼ ਵੱਲ ਨੂੰ ਕੂਚ ਕਰ ਦਿੱਤਾ। ਜਿਵੇਂ ਆਪ ਨੇ ਮਾਲਵੇ ਦੇਸ਼ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਫਿਰ ਸ੍ਰੀ ਕੀਰਤਪੁਰ ਸਾਹਿਬ ਪਹੁੰਚਣਾ ਹੈ, ਫਿਰ ਸ੍ਰੀ ਅਨੰਦਪੁਰ ਸਾਹਿਬ ਵਸਾਉਣਾ ਹੈ ਕਹਿਲੂਰ ਰਿਆਸਤ ਦੇ ਵਿੱਚ। ਆਓ ਸਾਧ ਸੰਗਤ ਇਸ ਪ੍ਰਕਰਨ ਦੀ ਬਾਬਤ ਵਿਚਾਰ ਆਪਾਂ ਹੁਣ ਕੱਲ੍ਹ ਕਰਾਂਗੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਹੁਣ ਵੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ। ਪੂਰੀ ਸਮਾਪਤੀ ਹੋਣ ਤੋਂ ਬਾਅਦ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਤੁਹਾਡਾ ਇਸ ਪੰਡਾਲ ਦਾ, ਇਸ ਇਲਾਕੇ ਦਾ ਭਾਈ ਤੀਸਰਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਏਗਾ। ਕੱਲ੍ਹ ਔਰ ਪਰਸੋਂ 2 ਦੀਵਾਨ ਬਕਾਇਆ ਨੇ। ਸੋ ਆਉਣ ਵਾਲੇ ਦਿਨਾਂ ਵਿੱਚ ਵੀ ਆਪ ਨੇ ਵਕਤ ਸਿਰ ਪਹੁੰਚ ਕੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਲਾਭ ਉਠਾ ਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਦੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ
ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਪਦੇ ਨਾਡੋ, ਵਾਹਿਗੁਰੂ ਬੋਲ ਪਦੇ ਨਾਡੋ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਮੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਪਦੇ ਨਾਡੋ, ਵਾਹਿਗੁਰੂ ਬੋਲ ਪਦੇ ਨਾਡੋ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਬਹਿਰਦਾਸ ਜੀਓ ਪਿੰਡ, ਤੁਮ ਮਾਤ ਪਿਤਾ ਕੋਇ ਨਾ ਜਾਣੈ, ਸਗਲ ਸਮਗਰੀ ਤੁਮਰੈ, ਤੁਮਰੀ ਗਤ ਮਿਤ ਤੁਧ ਆਗੇ ਅਰਦਾਸ ਹਮਾਰੀ। ਕਹੋ ਨਾਨਕ ਸਭ ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਕੋ ਬਿਗਨ ਨਾ ਕਉ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ, ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਸ਼ਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ, ਧਿਆਨ ਧਰ ਕੇ ਖਾਲਸਾ ਜੀ, ਸਾਹਿਬ ਬੋਲੋ ਜੀ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ, ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ, ਸਾਹਿਬ ਬੋਲੋ ਜੀ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਸਿਦਕ ਨਹੀਂ ਹਾਰਿਆ। ਤਿੰਨਾਂ ਪਿਆਰਿਆਂ ਸਚਿਆਰਿਆਂ, ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਹੇ ਕਰਨਾ ਨਿਧਾਨ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜੂਰ ਤੀਸਰੇ ਪਹਿਰ ਦੇ ਦੀਵਾਨ ਸਜਾਏ ਗਏ ਹਨ, ਕੀਰਤਨ ਵਿਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁਲ ਚੁੱਕ ਮਾਫ ਕਰੋ, ਅੱਗੇ ਵਾਸਤੇ ਸੁੱਧ ਸਪਸ਼ਟ ਕੀਰਤਨ ਵਿਖਿਆਨ ਕਰਨ ਦਾ ਬਲ ਉਦਮ ਬਖਸ਼ੋ। ਹੇ ਮਿਹਰਬਾਨ ਜੀ, ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਗਈਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਓ। ਦਾਰਾਈ ਸੰਗਤ ਦੀ ਹਾਜ਼ਰੀ ਤਲਫਲ ਭੇਟਾਵਾਂ, ਦਾਤੇ ਪ੍ਰਵਾਨ ਕਰੋ, ਆਪਣੇ ਦਰੋ ਕਰੋ ਗੁਰਸਿੱਖੀ। ਨਾਮਦਾਨ ਭਰੋਸਾ ਬਖਸ਼ੋ ਜੀ, ਸਤਿਗੁਰੂ ਜੀ ਕਰੋ ਕਿਰਪਾ। ਲਾਹੀ ਦਰਗਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਜੀ। ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪੈਰ ਚਿਤਾਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਸ੍ਰੀ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ।
ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲਹਿ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬਿਗਾਲੀ ਸਤਿਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨਾ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।